ਜਿਹੜੇ ਪੀਸੀਐਸ ਅਧਿਕਾਰੀ ਨੇ ਪੰਜਾਬ ਦੇ, ਜਿਵੇਂ ਕਿ ਤੁਸੀਂ ਦੱਸਿਆ ਸਭ ਤੋਂ ਵੱਧ ਪਬਲਿਕ ਡੀਲਿੰਗ ਪੀਸੀਐਸ ਅਧਿਕਾਰੀਆਂ ਨਾਲ ਹੁੰਦੀ ਹੈ ਲੋਕਾਂ ਦੀ, ਤਾਂ ਪੀਸੀਐਸ ਅਧਿਕਾਰੀ ਜੇ 5 ਦਿਨ ਦੀ ਛੁੱਟੀ ਤੇ ਜਾਣਗੇ, ਉਹਨਾਂ ਦੇ ਨਾਲ ਕੁਝ ਆਈਐਸ ਅਧਿਕਾਰੀ ਵੀ ਉਹਨਾਂ ਦਾ ਸਹਿਯੋਗ ਕਰਨਗੇ, ਉਹਨਾਂ ਦਾ ਕਲੈਰੀਕਲ ਸਬਆਰਡੀਨੇਟ ਸਟਾਫ ਵੀ ਉਹਨਾਂ ਦਾ ਸਹਿਯੋਗ ਕਰੇਗਾ, ਤਾਂ ਪੰਜਾਬ ਦੇ ਲੋਕਾਂ ਦੇ ਕੰਮ ਕਿਵੇਂ ਹੋਣਗੇ? ਪਿਛਲੀ ਸਰਕਾਰ ਵੇਲੇ ਵੀ ਉਹਨਾਂ ਦੇ ਉੱਤੇ ਵੀ ਇਲਜ਼ਾਮ ਇਹੀ ਲੱਗਦੇ ਸੀ ਕਿ ਹਰ ਇੱਕ ਸ਼੍ਰੇਣੀ ਜਿਹੜੀ ਹੈਗੀ ਹੈ, ਕੋਈ EMPLOYEES ਹੋਣ ਚਾਹੇ ਕਿਸਾਨ ਹੋਣ, ਹੋਰ ਵੀ ਹਰ ਇੱਕ ਵਰਗ ਜਿਹੜਾ ਸਾਡੀ ਵਸੋਂ ਦਾ ਹੈ, ਉਹ ਅੰਦੋਲਨ ਦੇ ਰਾਹ ਤੇ ਚੱਲਿਆ ਹੈ। ਕਿਸਾਨਾਂ ਨੇ ਤਾਂ ਦਿੱਲੀ 'ਚ ਅੰਦੋਲਨ ਕੀਤਾ ਸੀ, ਹੁਣ ਵੀ ਤੁਹਾਨੂੰ ਥਾਂ ਥਾਂ ਦੇ ਉੱਤੇ ਕਿਸਾਨਾਂ ਦੇ ਅੰਦੋਲਨ, ਹੁਣ ਜਿਹੜੀ ਹੈਗੀ ਆ ਆਂਗਨਵਾੜੀ ਦੀ ਉਹਨਾਂ ਦਾ ਅੰਦੋਲਨ, ਕਿਤੇ ਅਧਿਆਪਕਾਂ ਦਾ ਅੰਦੋਲਨ। ਪਰ ਇਹ ਅੰਦੋਲਨ ਕਲਚਰ ਵੀ ਆਮ ਆਦਮੀ ਪਾਰਟੀ ਵੱਲੋਂ ਹੀ ਅੰਨਾ ਹਜ਼ਾਰੇ ਵੇਲੇ ਦੇ ਸ਼ੁਰੂ ਕੀਤੇ ਗਏ ਨੇ। ਜੇ ਆਪਾਂ ਪਿੱਛੇ ਚਲੇ ਜਾਈਏ ਥੋੜਾ ਜਿਹਾ, ਤਾਂ ਅੰਦੋਲਨ ਕਲਚਰ ਵੀ ਇਸੇ ਪਾਰਟੀ ਵੱਲੋਂ ਸ਼ੁਰੂ ਕੀਤਾ ਗਿਆ ਸੀ, ਜਿਹਦਾ ਉਹਨਾਂ ਨੂੰ ਸਭ ਤੋਂ ਵੱਧ ਸਾਹਮਣਾ ਕਰਨਾ ਪਿਆ। ਔਰ ਇਹੀ ਆਈਐਸ ਔਰ ਪੀਸੀਐਸ ਅਫਸਰ ਹੁੰਦੇ ਸੀ ਜਿਹੜੇ ਅੰਦੋਲਨਕਾਰੀਆਂ ਦੇ ਖਿਲਾਫ ਕਾਰਵਾਈਆਂ ਕਰਦੇ ਸੀ। तो गल संजीदा वा। और पिछले थोड़ा याद होना, पिछे जे कुछ महीने पहला माल अफसर ने भी इस तरह, क्योंकि जो विजिलेंस के अफसर ने कुछ माल अफसर के खिलाफ कार्रवाइयां शुरू की, तो माल अफसर ने भी जोड़े है एक अंदोलन का राह फड़िया सी, और सरकार के नाल बैठ के कुछ उन्हों का भी रेट का हल होया सी। हुण इहदे विच भी इस तरह एक राह उन्होंने मंग पत्र पेश किया। ਤੁਹਾਨੂੰ ਲੱਗਦਾ ਕਿ ਵਿਜੀਲੈਂਸ ਜਿਹੜੀ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਸਮੇਂ ਦੇ ਵਿੱਚ ਇਸ ਵੇਲੇ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ, ਉਹਨੇ ਜੇ ਨਰਿੰਦਰ ਧਾਲੀਵਾਲ ਤੇ ਨਰਿੰਦਰ ਸਿੰਘ ਆਰਟੀਏ ਤੇ ਕਾਰਵਾਈ ਕੀਤੀ ਹੈ ਵਿਜੀਲੈਂਸ ਨੇ, ਤਾਂ ਬਿਨਾਂ ਕਿਸੇ ਆਧਾਰ ਤੋਂ ਤਾਂ ਨਹੀਂ ਕੀਤੀ ਹੋਏਗੀ, ਕੋਈ ਆਧਾਰ ਤਾਂ ਬਣਾਇਆ ਹੋਏਗਾ। वो भी बड़ा इंपॉर्टेंट पॉइंट है कि जो पीसीएस अफसर इन्हों की डिमांड यह है कि किसी भी अफसर के खिलाफ जो एक्शन लैन तो पहले एक कमेटी बनाई जाए, वो कहते स्टेट वाइड, जिहदे एक फाइनैशियल कमिश्नर आईएएस ऑफिसर जोड़े है फाइनैशियल कमिश्नर के वो मैंबर हो, पीसीएस ऑफिसर मैंबर हो, होर भी जोड़े मैंबर हो, उन्होंने दे सामने केस लिया जाएगा। ਸਮੂਹਿਕ ਹੜਤਾਲ ਸ਼ੁਰੂ ਕੀਤੀ ਹੈ ਪੀਸੀਐਸ ਅਧਿਕਾਰੀਆਂ ਨੇ, ਨਾਲ ਇਹਦਾ ਅਸਰ ਸਾਰੇ ਸਰਕਾਰੀ ਵਿਭਾਗਾਂ 'ਚ ਵੇਖਣ ਨੂੰ ਮਿਲ ਰਿਹਾ। ਸਭ ਨੇ ਜਿਹੜਾ ਕੰਮ ਕਰਨਾ ਛੱਡ ਦਿੱਤਾ। ਇਹਦਾ ਕੁੱਲ ਮਿਲਾ ਕੇ ਜਿਹੜਾ ਨੁਕਸਾਨ ਹੈ ਉਹ ਤਾਂ ਪੰਜਾਬ ਦੀ ਜਨਤਾ ਦਾ ਹੀ ਹੈ ਨਾ। ਕੀ ਲੱਗਦਾ ਪੰਜਾਬ ਸਰਕਾਰ ਇਸ ਲੜਾਈ ਵਿੱਚ, ਇਸ ਜਿਹੜੀ ਇਹ ਜਿਹੜਾ ਧਰਨਾ ਸ਼ੁਰੂ ਕੀਤਾ ਹੈ, ਇਹਨੂੰ ਖਤਮ ਕਰਨ ਦੇ ਵਿੱਚ ਕਾਮਯਾਬ ਸਾਬਿਤ ਹੋਏਗੀ? ਇਮੀਡੀਏਟਲੀ ਤਾਂ ਇਹ ਲੱਗ ਰਿਹਾ ਕਿ ਸਰਕਾਰ ਨੇ ਇੱਕ ਸਟੈਪ ਬੈਕਵਰਡ ਲਿਆ ਥੋੜਾ ਜਿਹਾ, ਕਿ ਸਰਕਾਰ ਨੇ ਇਹ ਜ਼ਰੂਰ ਮੰਨਿਆ ਕਿ ਸ਼ਾਇਦ ਵਿਜੀਲੈਂਸ ਨੇ ਆਪਣਾ ਓਵਰਸਟੈਪ ਕੀਤਾ। ਸਤਿ ਸ਼੍ਰੀ ਅਕਾਲ, ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਕਰਦਾ ਮੈਂ ਕੋਮਲ ਸਿੰਗਲਾ। ਵਿਜੀਲੈਂਸ ਵਿਭਾਗ ਵੱਲੋਂ ਪੰਜਾਬ ਦੇ ਵਿੱਚ ਆਏ ਦਿਨ ਨਵੀਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ, ਤੇ ਤਾਜ਼ਾ ਕਾਰਵਾਈ ਆਰਟੀਏ ਨਰਿੰਦਰ ਸਿੰਘ ਹੋਰਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਹੈ। ਜੀ ਹਾਂ, ਨਰਿੰਦਰ ਸਿੰਘ ਹੋਰਾਂ ਦਾ ਸਮਰਥਨ ਕਰਦਿਆਂ ਪੰਜਾਬ ਦੀ ਪੀਸੀਐਸ ਐਸੋਸੀਏਸ਼ਨ ਵੱਲੋਂ ਇੱਕ ਸਾਮੂਹਿਕ ਛੁੱਟੀ ਦਾ ਐਲਾਨ ਕੀਤਾ ਗਿਆ, ਤੇ ਇਹ ਛੁੱਟੀ ਅਗਲੇ 5 ਦਿਨ ਤੱਕ ਰਹੇਗੀ, ਜਿਸ ਦਾ ਸਮਰਥਨ ਕਰਦੇ ਆ ਪੰਜਾਬ ਦੇ ਕੁਝ ਉੱਚ ਅਧਿਕਾਰੀਆਂ ਤੇ ਨਾਲ ਹੀ ਕੁਝ ਸਬਆਰਡੀਨੇਟ ਸਟਾਫ ਵੱਲੋਂ ਵੀ ਉਹਨਾਂ ਦਾ ਸਮਰਥਨ ਕੀਤਾ ਗਿਆ। ਇਸ ਬਾਬਤ ਚਰਚਾ ਕਰਨ ਲਈ ਸਾਡੇ ਨਾਲ ਸਾਡੇ ਨਿਊਜ਼ ਐਡੀਟਰ ਸਰਬਜੀਤ ਪੰਧੇਰ ਜੀ ਮੌਜੂਦ ਨੇ। ਪੰਧੇਰ ਸਾਹਿਬ, ਸਭ ਤੋਂ ਪਹਿਲਾਂ ਸਕਾਈ ਨਿਊਜ਼ ਤੇ ਤੁਹਾਡਾ ਸਵਾਗਤ। ਸ਼ੁਕਰੀਆ ਕੋਮਲ ਜੀ, ਬੜਾ ਅਹਿਮ ਮੁੱਦਾ ਤੁਸੀਂ ਛੇੜਿਆ ਅੱਜ। ਜੀ, ਇੱਕ ਕਹਿ ਸਕਦੇ ਆ ਪੰਜਾਬ ਦੇ ਵਿੱਚ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਆ, ਉਹਨੂੰ ਪਹਿਲੀ ਵਾਰੀ ਅਫਸਰਸ਼ਾਹੀ ਵੱਲੋਂ ਇੱਕ ਸਮੂਹਿਕ ਲੈਵਲ ਤੇ ਇੱਕ ਬਗਾਵਤ ਦਾ ਸਾਹਮਣਾ, ਜਾਂ ਖੁੱਲਮ ਖੁੱਲਾ ਤਾਂ ਬਗਾਵਤ ਨਹੀਂ ਕਹਿ ਸਕਦੇ, ਪਰ ਅਸੀਂ ਜਿਹੜੇ ਜਰਨਲਿਸਟ ਹੈ ਇਹ ਕਹਿ ਸਕਦੇ ਕਿ ਬਗਾਵਤ ਹੈ ਜੀ। ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ, ਪੀਸੀਐਮਐਸ ਐਸੋਸੀਏਸ਼ਨ ਨੇ ਤਾਂ ਪਹਿਲਾਂ ਹੀ ਉਹਨਾਂ ਨੇ ਤਾਂ ਸਿੱਧੀ ਸਮੂਹਿਕ ਛੁੱਟੀ ਦੇ ਉੱਤੇ ਜਾਣ ਦਾ ਉਹਨਾਂ ਨੇ ਫੈਸਲਾ ਕੀਤਾ। ਉਹਨਾਂ ਦੀ ਜਨਰਲ ਬੋਡੀ ਦੀ ਮੀਟਿੰਗ ਹੋਈ ਸੀ ਬੀਤੇ ਐਤਵਾਰ ਨੂੰ ਜੀ, ਤੇ ਆਈਐਸ ਆਫਿਸਰ ਐਸੋਸੀਏਸ਼ਨ ਨੇ ਉਹਨਾਂ ਨੂੰ ਸਪੋਰਟ ਕੀਤਾ, ਤੇ ਸਬਆਰਡੀਨੇਟ ਸਟਾਫ ਨੇ ਵੀ ਉਹਨਾਂ ਨੂੰ ਜਿਹੜੀ ਹੈਗੀ ਆ ਸਪੋਰਟ ਦੇ ਵਿੱਚ ਕੰਮ ਰੋਕੂ ਆਪਣਾ ਸ਼ੁਰੂ ਕਰਤਾ ਕਿ ਉਹ ਆਫਿਸ ਤਾਂ ਆਏ ਹੋਏ, ਕੰਮ ਕੋਈ ਨਹੀਂ ਹੋ ਰਿਹਾ ਜੀ। ਔਰ ਇਹਦੇ ਨਾਲ ਲੋਕੀ ਬਹੁਤ ਖੱਜਲ ਹੋ ਰਹੇ ਆ ਸਾਰੇ ਪੰਜਾਬ। ਜਿਹੜੀਆਂ ਰਿਪੋਰਟਾਂ ਆਈਆਂ ਨੇ ਕਿਤੇ ਤਹਿਸੀਲਾਂ ਬੰਦ ਪਈਆਂ ਨੇ, ਔਰ ਜਿਹੜੀਆਂ ਕਿਉਂਕਿ ਪੀਸੀਐਸ ਅਫਸਰ ਜਿਹੜੇ ਹੈਗੇ ਆ, ਇਹਨਾਂ ਦੀ ਪਬਲਿਕ ਡੀਲਿੰਗ ਸਭ ਤੋਂ ਜ਼ਿਆਦਾ ਹੁੰਦੀ ਹੈ ਜੀ। ਔਰ ਕੋਮਲ ਜੀ, ਗੱਲ ਇਹ ਆ ਕਿ ਇਹ ਮੁੱਦਾ ਕਿੱਥੋਂ ਛਿੜਦਾ ਜੀ, ਕਿ ਜਦੋਂ ਇਹ ਸਰਕਾਰ ਆਈ ਸੀ, ਜਦੋਂ ਖਟਕੜ ਕਲਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਹੁੰ ਚੁੱਕੀ ਸੀ, ਉਦੋਂ ਹੀ ਕਿਹਾ ਸੀ ਕਿ ਜੀ ਅਸੀਂ ਭ੍ਰਸ਼ਟਾਚਾਰ ਦੇ ਖਿਲਾਫ ਇੱਕ ਜਿਹੜੀ ਹੈਗੀ ਆ ਹੈਲਪਲਾਈਨ ਸਟਾਰਟ ਕਰਾਂਗੇ। ਉਹਨਾਂ ਨੇ ਨੰਬਰ ਵੀ ਐਲਾਨਿਆ, ਸਾਡੇ ਪੰਜਾਬ ਦੇ ਲੋਕਾਂ ਨੂੰ ਉਹ ਨੰਬਰ ਹੁਣ ਯਾਦ ਹੋ ਗਿਆ ਜੀ। ਬਿਲਕੁਲ। ਔਰ ਉਸੇ ਨੰਬਰ ਦੇ ਉੱਤੇ ਬਹੁਤ ਸਾਰੀਆਂ ਸ਼ਿਕਾਇਤਾਂ ਜਾਂਦੀਆਂ ਨੇ ਜੀ, ਤੇ ਜਿਹੜੇ ਆਰਟੀਏ ਹੈਗੇ ਆ ਉੱਥੇ ਜਿਹੜੀ ਉਹਦੇ ਵਿੱਚ ਆਫਿਸਰ ਨੇ ਨਰਿੰਦਰ ਸਿੰਘ ਧਾਲੀਵਾਲ, ਪੀਸੀਐਸ ਆਫਿਸਰ ਨੇ, ਲੁਧਿਆਣੇ 'ਚ ਪੋਸਟਡ ਸੀ, ਉਹਨਾਂ ਦੇ ਖਿਲਾਫ ਇਸੇ ਪੋਰਟਲ ਦੇ ਉੱਤੇ ਸ਼ਿਕਾਇਤ ਗਈ, ਔਰ ਵਿਜੀਲੈਂਸ ਵਿਭਾਗ ਨੇ ਉਸ ਸ਼ਿਕਾਇਤ ਦੇ ਉੱਤੇ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਗ੍ਰਿਫਤਾਰ ਕੀਤਾ। ਔਰ ਉਹਨਾਂ ਤੇ ਇਲਜ਼ਾਮ ਇਹ ਹੈ ਕਿ ਕੁਝ
ਪ੍ਰਾਈਵੇਟ ਲੋਕਾਂ ਨਾਲ ਰਲ ਕੇ ਜੀ ਜਿਹੜੇ ਚਲਾਨ ਨਾ ਕਰਨ ਦੀਆਂ ਉਹਦੇ ਤੇ ਜਿਹੜੀ ਹੈਗੀ ਰਿਸ਼ਵਤ ਲਈ ਜਾ ਰਹੀ ਸੀ। ਜੀ ਹੁਣ ਜਿਹੜਾ ਰੇੜਕਾ ਜਿਹੜਾ ਫਸਿਆ ਉਹ ਇਹ ਹੈ ਕਿ PCMS ਜਿਹੜੀ PCS ਆਫਿਸਰ ਦੀ ਐਸੋਸੀਏਸ਼ਨ ਹੈ ਜੀ, ਉਹ ਇਹ ਕਹਿ ਰਿਹਾ ਕਿ ਜੀ ਜਿਹੜੀਆਂ ਧਾਰਾਵਾਂ ਨੇ ਪ੍ਰੀਵੈਂਸ਼ਨ ਆਫ ਜਿਹੜੀ ਕਰਪਸ਼ਨ ਐਕਟ ਹੈ ਜਿਹੜਾ ਜੀ ਉਹਦੇ ਵਿੱਚ ਕੁਝ ਜਿਹੜੀਆਂ ਧਾਰਾਵਾਂ ਨੇ ਕਿ ਪਬਲਿਕ ਸਰਵੈਂਟ ਨੂੰ ਤੁਸੀਂ ਕਦੋਂ ਅਰੈਸਟ ਕਰਨਾ, ਕਿਵੇਂ, ਉਹਦੀ ਉਲੰਘਣਾ ਹੋਈ ਹੈ ਜੀ। ਔਰ ਇਹ ਜਿਹੜੀ ਅਰੈਸਟ ਹੈ ਇਲੀਗਲ ਹੈ। ਕੋਮਲ ਜੀ ਬੜੀ ਇਹਦੇ 'ਚ ਬੜੀ ਜਿਹੜੀ ਹੈਗੀ ਦਿਲਚਸਪ ਘਟਨਾ ਹੋਰ ਵੀ ਹੋਈ ਹੈ ਜੀ ਕਿ ਬੇਸ਼ੱਕ ਵਿਜੀਲੈਂਸ ਨੇ ਇਹ ਕਾਰਵਾਈ ਕੀਤੀ ਹੈ, ਲੋਕਾਂ ਦਾ ਜਿਹੜਾ ਸੀਗਾ ਕਰਪਸ਼ਨ ਜਾਂ ਭ੍ਰਸ਼ਟਾਚਾਰ ਦੇ ਨਾਲ ਇੰਨਾ ਬੁਰਾ ਹਾਲ ਹੈ ਜੀ ਕਿ ਸ਼ਾਇਦ ਹੀ ਪੰਜਾਬ ਦੇ ਵਿੱਚ ਕੋਈ ਬਚਿਆ ਹੋਣਾ ਜਿਹਨੂੰ ਜਿਹੜੀ ਹੈਗੀ ਆ ਭ੍ਰਸ਼ਟਾਚਾਰ ਦਾ ਸੇਕ ਨਾ ਲੱਗਿਆ ਹੋਵੇ, ਜਿਹਨੂੰ ਸਾਹਮਣਾ ਨਾ ਕਰਨਾ ਪਿਆ ਹੋਵੇ। ਬਿਲਕੁਲ ਜੀ, ਸੇਕ ਮੋਟਾ ਲੱਗਦਾ ਜੀ, ਸਪੈਸ਼ਲੀ ਜਦੋਂ ਤੁਸੀਂ ਤਹਿਸੀਲਾਂ 'ਚ ਜਾਂਦੇ ਹੋ, ਹੋਰ ਕਿਸੇ ਵੀ ਦਫ਼ਤਰ 'ਚ ਜਾਂਦੇ ਹੋ, ਬੁਰਾ ਹਾਲ ਹੋ ਜਾਂਦਾ, ਕੰਮ ਹੀ ਨਹੀਂ ਹੁੰਦੇ ਜੀ। ਸੋ ਮੌਜੂਦਾ ਸਰਕਾਰ ਨੇ ਇਹ ਤਹਈਆ ਕੀਤਾ ਹੋਇਆ। ਉਹਨਾਂ ਨੇ ਤਾਂ ਆਪਣੇ 2 ਮੰਤਰੀ ਜਿਹੜੇ ਹੈਗੇ ਆ ਉਹਨਾਂ ਤੋਂ ਅਸਤੀਫੇ ਲੈ ਲਏ ਆ ਜੀ ਤੇ ਫਿਰ 3 ਸਾਬਕਾ ਮੰਤਰੀ ਜਿਹੜੇ ਸੀ ਉਹਨਾਂ ਦੇ ਜਿਹੜੀ ਹੈਗੀ ਆ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ। ਕੋਈ ਦਰਜਨ IAS ਤੇ ਦਰਜਨ ਕੇ PCS ਔਰ ਕੋਈ 2-2.5 ਦਰਜਨ ਜਿਹੜੇ ਦੂਸਰੇ ਮੁਲਾਜ਼ਮ ਆ ਉਹਨਾਂ ਦੇ ਖਿਲਾਫ ਕੇਸ ਚੱਲ ਰਹੇ ਆ ਜੀ। ਸੋ ਇਹ ਮੁਹਿੰਮ ਚੱਲ ਰਹੀ ਹੈ। ਬੇਸ਼ੱਕ ਲੋਕਾਂ ਦੇ ਵਿੱਚ ਇਹ ਮੈਂ ਗੱਲ ਕਰਦਾ ਇਹ ਮਕਬੂਲ ਗੱਲ ਆ, ਲੋਕਾਂ ਨੂੰ ਇੱਕ ਲੈਵਲ ਤੇ ਰਾਹਤ ਨਜ਼ਰ ਆ ਰਹੀ ਹੈ ਜੀ। ਪਰ ਇਹਦੇ 'ਚ ਇੱਕ ਹੋਰ ਵੀ ਗੱਲ ਆ, ਅੱਜ ਜਿਹੜੀ ਇਸ ਕੇਸ ਨਾਲ ਰਿਲੇਟਡ ਤਾਂ ਨਹੀਂ ਜੀ ਪਰ ਇਹਦੇ ਨਾਲ ਤੁਸੀਂ ਕਹਿੰਦੇ ਸਿਮਿਲਰ ਇੱਕ ਡਿਵੈਲਪਮੈਂਟ ਆ, ਉਹ ਹੈਗੀ ਆ ਮੁੰਬਈ ਦੀ। ਜੀ ਮੁੰਬਈ ਦੇ ਵਿੱਚ ਜਿਹੜੇ ICICI ਬੈਂਕ ਦੀ ਜਿਹੜੀ ਸਾਬਕਾ CEO ਸੀਗੀ ਚੰਦਾ ਕੋਚਰ, ਉਹਨਾਂ ਨੂੰ ਔਰ ਉਹਦੇ ਪਤੀ ਨੂੰ ਅਰੈਸਟ ਕੀਤਾ ਗਿਆ ਸੀ ਭ੍ਰਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ। ਜੀ ਅੱਜ ਮੁੰਬਈ ਹਾਈ ਕੋਰਟ ਨੇ ਕਿਹਾ ਕਿ CBI ਨੇ ਵੀ ਉਹਨਾਂ ਨੂੰ ਇਲੀਗਲੀ ਅਰੈਸਟ ਕੀਤਾ। ਜੀ ਸੋ ਕੀ ਜਿਹੜੀ ਵਿਜੀਲੈਂਸ ਆ ਉਹ ਇੱਕ ਕਾਨੂੰਨ ਦੇ ਦਾਇਰੇ ਦੇ ਵਿੱਚ ਕੰਮ ਕਰ ਰਹੀ ਹੈ ਤੇ ਜਿਹੜਾ ਮੰਗ ਪੱਤਰ ਅੱਜ ਪੇਸ਼ ਹੋਇਆ ਜੀ ਉਹਦੇ ਵਿੱਚ ਵੀ ਇਹ ਗੱਲਾਂ ਕੀਤੀਆਂ ਗਈਆਂ। ਸੋ PCS ਆਫਿਸਰਸ ਦੀ ਐਸੋਸੀਏਸ਼ਨ ਨੇ ਇਹ ਕੀਤਾ ਕਿ ਉਹਨਾਂ ਨੇ ਆਪਣਾ 14 ਜਨਵਰੀ ਤੱਕ ਮਾਸ ਛੁੱਟੀ ਜਾਣ ਦੇ ਉੱਤੇ ਉਹਨਾਂ ਨੇ ਕਹਿ ਦਿੱਤਾ। ਫਿਰ ਉਹਨਾਂ ਦੀ ਅੱਜ ਇੱਕ ਮੀਟਿੰਗ ਹੋਈ। ਪੰਦੇਰ ਸਾਹਿਬ, ਆਪਾਂ ਸਭ ਤੋਂ ਪਹਿਲਾਂ ਗੱਲ ਇਹੀ ਕਰਦੇ ਆ, ਜਿਹੜੇ PCS ਅਧਿਕਾਰੀ ਨੇ ਪੰਜਾਬ ਦੇ, ਜਿਵੇਂ ਕਿ ਤੁਸੀਂ ਦੱਸਿਆ ਸਭ ਤੋਂ ਵੱਧ ਪਬਲਿਕ ਡੀਲਿੰਗ PCS ਅਧਿਕਾਰੀਆਂ ਨਾਲ ਹੁੰਦੀ ਹੈ ਲੋਕਾਂ ਦੀ, ਤਾਂ PCS ਅਧਿਕਾਰੀ ਜੇ 5 ਦਿਨ ਦੀ ਛੁੱਟੀ ਤੇ ਜਾਣਗੇ, ਉਹਨਾਂ ਦੇ ਨਾਲ ਕੁਝ IAS ਅਧਿਕਾਰੀ ਵੀ ਉਹਨਾਂ ਦਾ ਸਹਿਯੋਗ ਕਰਨਗੇ, ਉਹਨਾਂ ਦਾ ਕਲੈਰੀਕਲ ਸਬਆਰਡੀਨੇਟ ਸਟਾਫ ਵੀ ਉਹਨਾਂ ਦਾ ਸਹਿਯੋਗ ਕਰੇਗਾ, ਤਾਂ ਪੰਜਾਬ ਦੇ ਲੋਕਾਂ ਦੇ ਕੰਮ ਕਿਵੇਂ ਹੋਣਗੇ? ਪੰਜਾਬ ਦੇ ਲੋਕਾਂ ਦੇ ਰੋਜ਼ਮਰਾ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਕੌਣ ਪੂਰ ਝਾੜੇਗਾ? ਉਹ ਕਿਉਂ ਹੈਂਪਰ ਹੋਣ? ਬਿਲਕੁਲ ਪੰਜਾਬ ਦੇ ਵਿੱਚ ਕੋਮਲ ਜੀ ਲੱਗਦਾ ਹੀ ਹੈ ਕਿ ਹੁਣ ਸਾਰੇ ਪਾਸੇ ਅੰਦੋਲਨ ਦਾ ਹੀ ਕੰਮ ਚੱਲ ਰਿਹਾ ਜੀ। ਪਿਛਲੀ ਸਰਕਾਰ ਵੇਲੇ ਵੀ ਉਹਨਾਂ ਦੇ ਉੱਤੇ ਵੀ ਇਲਜ਼ਾਮ ਇਹੀ ਲੱਗਦੇ ਸੀ ਕਿ ਹਰ ਇੱਕ ਸ਼੍ਰੇਣੀ ਜਿਹੜੀ ਹੈਗੀ ਹੈ, ਕੋਈ EMPLOYEES ਹੋਣ ਚਾਹੇ ਕਿਸਾਨ ਹੋਣ, ਹੋਰ ਵੀ ਹਰ ਇੱਕ ਵਰਗ ਜਿਹੜਾ ਸਾਡੀ ਵਸੋਂ ਦਾ ਹੈ, ਉਹ ਅੰਦੋਲਨ ਦੇ ਰਾਹ ਤੇ ਚੱਲਿਆ ਹੈ। ਕਿਸਾਨਾਂ ਨੇ ਤਾਂ ਦਿੱਲੀ 'ਚ ਅੰਦੋਲਨ ਕੀਤਾ ਸੀ, ਹੁਣ ਵੀ ਤੁਹਾਨੂੰ ਥਾਂ ਥਾਂ ਦੇ ਉੱਤੇ ਕਿਸਾਨਾਂ ਦੇ ਅੰਦੋਲਨ, ਹੁਣ ਜਿਹੜੀ ਹੈਗੀ ਆ ਆਂਗਨਵਾੜੀ ਦੀ ਉਹਨਾਂ ਦਾ ਅੰਦੋਲਨ, ਕਿਤੇ ਅਧਿਆਪਕਾਂ ਦਾ ਅੰਦੋਲਨ। ਪਰ ਇਹ ਅੰਦੋਲਨ ਕਲਚਰ ਵੀ ਆਮ ਆਦਮੀ ਪਾਰਟੀ ਵੱਲੋਂ ਹੀ ਅੰਨਾ ਹਜ਼ਾਰੇ ਵੇਲੇ ਦੇ ਸ਼ੁਰੂ ਕੀਤੇ ਗਏ ਨੇ। ਜੇ ਆਪਾਂ ਪਿੱਛੇ ਚਲੇ ਜਾਈਏ ਥੋੜਾ ਜਿਹਾ, ਤਾਂ ਇਹ ਅੰਦੋਲਨ ਕਲਚਰ ਵੀ ਸੇ ਪਾਰਟੀ ਵੱਲੋਂ ਸ਼ੁਰੂ ਕੀਤਾ ਗਿਆ ਸੀ, ਜਿਹਦਾ ਉਹਨਾਂ ਨੂੰ ਸਭ ਤੋਂ ਵੱਧ ਸਾਹਮਣਾ ਕਰਨਾ ਪੈ ਰਿਹਾ। ਔਰ ਇਹੀ IAS ਔਰ PCS ਅਫਸਰ ਹੁੰਦੇ ਸੀ ਜਿਹੜੇ ਅੰਦੋਲਨਕਾਰੀਆਂ ਦੇ ਖਿਲਾਫ ਕਾਰਵਾਈਆਂ ਕਰਦੇ ਹੁੰਦੇ ਜੀ। ਬਿਲਕੁਲ। ਔਰ ਇਹਨਾਂ 'ਚ ਮੈਜਿਸਟ੍ਰੇਟ ਵੀ ਆਉਂਦੇ ਨੇ, ਡਿਸਟ੍ਰਿਕਟ ਮੈਜਿਸਟ੍ਰੇਟ ਵੀ ਆਉਂਦੇ ਨੇ, ਲਾਠੀ ਚਾਰਜ ਵੀ ਇਹੀ ਆਰਡਰ ਕਰਦੇ ਨੇ, ਉੱਥੇ ਸਾਰਾ ਕੁਝ ਅਰੈਸਟਾਂ ਵੀ ਇਹੀ ਪਵਾਉਂਦੇ ਸੀ। ਹੁਣ ਅੱਜ ਕੱਲ ਇਹ ਵੀ ਅੰਦੋਲਨ ਦੇ ਰਾਹ ਤੇ ਤੁਰੇ ਨੇ। ਸੋ ਗੱਲ ਸੰਜੀਦਾ ਵਾ। ਔਰ ਪਿਛਲੇ ਤੁਹਾਨੂੰ ਯਾਦ ਹੋਣਾ, ਪਿੱਛੇ ਜੇ ਕੁਝ ਮਹੀਨੇ ਪਹਿਲਾਂ ਮਾਲ ਅਫਸਰਾਂ ਨੇ ਵੀ ਇਸੇ ਤਰ੍ਹਾਂ, ਕਿਉਂਕਿ ਜਦੋਂ ਵਿਜੀਲੈਂਸ ਦੇ ਅਫਸਰਾਂ ਨੇ ਕੁਝ ਮਾਲ ਅਫਸਰਾਂ ਦੇ ਖਿਲਾਫ ਕਾਰਵਾਈਆਂ ਸ਼ੁਰੂ ਕੀਤੀਆਂ ਸੀ, ਤਾਂ ਮਾਲ ਅਫਸਰਾਂ ਨੇ ਵੀ ਜਿਹੜੇ ਹੈਗੇ ਆ ਇੱਕ ਅੰਦੋਲਨ ਦਾ ਰਾਹ ਫੜਿਆ ਸੀ ਔਰ ਸਰਕਾਰ ਦੇ ਨਾਲ ਬੈਠ ਕੇ ਕੁਝ ਉਹਨਾਂ ਦਾ ਵੀ ਰੇੜਕਾ ਹੱਲ ਹੋਇਆ ਸੀ। ਹੁਣ ਇਹਦੇ ਵਿੱਚ ਵੀ ਇਸੇ ਤਰ੍ਹਾਂ ਇੱਕ ਰਾਹ ਉਹਨਾਂ ਨੇ ਮੰਗ ਪੱਤਰ ਪੇਸ਼ ਕੀਤਾ ਔਰ ਉਹਦੇ ਵਿੱਚ ਉਹਨਾਂ ਨੇ ਪਹਿਲਾਂ ਅੱਜ ਮੀਟਿੰਗ ਕੀਤੀ ਪ੍ਰਿੰਸੀਪਲ ਸੈਕਟਰੀ, ਜਿਹੜੇ ਐਡੀਸ਼ਨਲ ਕਹਿ ਸਕਦੇ ਹੋ ਚੀਫ ਸੈਕਟਰੀ ਮੁੱਖ ਮੰਤਰੀ ਦੇ, ਉਹਨਾਂ ਦੇ ਨਾਲ। ਉਹਨਾਂ ਨੇ ਫਿਰ ਅੱਗੇ ਉਹਨਾਂ ਦੀ ਜਿਹੜੇ ਹੈਗੇ ਆ ਚੀਫ ਸੈਕਟਰੀ ਪੰਜਾਬ ਦੇ ਆਪਣੇ VK ਜੰਜੂਆ, ਉਹਨਾਂ ਨਾਲ ਮੀਟਿੰਗ ਕਰਾਈ। ਔਰ ਸੋਮਵਾਰ ਦੇਰ ਸ਼ਾਮ ਤੱਕ ਜਿਹੜੀ ਸੀਗੀ ਮੁੱਖ ਮੰਤਰੀ ਭਗਵੰਤ ਮਾਨ, ਉਹਨਾਂ ਦੇ ਨਾਲ ਵੀ ਉਹਨਾਂ ਦੀ ਮੀਟਿੰਗ ਹੋਈ। ਇਨੀਸ਼ੀਅਲ ਰਿਪੋਰਟਸ ਇਹ ਆਈਆਂ ਸੀ ਕਿ ਕੋਈ ਉਹਦੇ ਵਿੱਚ ਹੱਲ ਨਹੀਂ ਹੋਇਆ, ਕਿਉਂਕਿ ਜਿਹੜੀਆਂ ਮੰਗਾਂ ਨੇ ਸਾਡੇ ਕੋਲ, ਉਹ ਮੰਗਾਂ ਸਾਹਮਣੇ ਨੇ ਮੇਰੇ। PCS ਜਿਹੜੇ ਸਰਵਿਸਿਜ਼ ਆਫਿਸਰਸ ਐਸੋਸੀਏਸ਼ਨ ਹੈ, ਉਹ ਸਿੱਧਾ ਕਹਿੰਦੇ ਨੇ ਜੀ ਕਿ ਇਹ ਜਿਹੜੀ ਅਰੈਸਟ ਹੈ ਨਰਿੰਦਰ ਧਾਲੀਵਾਲ ਦੀ ਇਲੀਗਲ ਹੈ। ਉਹਨਾਂ ਦੇ ਖਿਲਾਫ ਜਿਹੜੀ FIR ਕੁਆਸ਼ ਕੀਤੀ ਜਾਵੇ ਤੇ ਜਿਹੜੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ, ਜਿਨ੍ਹਾਂ ਨੂੰ SOP ਕਿਹਾ ਜਾਂਦਾ, ਉਹ ਜਿਹੜੇ ਤੈਅ ਨੇ, ਉਹ ਉਹਨਾਂ ਦੇ ਹਿਸਾਬ ਨਾਲ ਗੱਲ ਕੀਤੀ ਜਾਵੇ। ਪਹਿਲਾਂ ਤਾਂ ਜਿਹੜੀ ਇਹ ਵਿੱਚੋਂ ਜਿਹੜੀ ਸਾਡੀ ਰਿਪੋਰਟ ਆਈ ਹੈ, ਹਾਲੇ ਤੱਕ ਇਹਦੀ ਅਸੀਂ ਆਫੀਸ਼ੀਅਲ ਲੈਵਲ ਤੇ ਤਾਂ ਕੋਈ ਜਿਹੜੀ ਹੈਗੀ ਆ ਕਨਫਰਮੇਸ਼ਨ ਨਹੀਂ ਹੈ,
ਜਦੋਂ ਆਈਏਐਸ ਆਫੀਸਰ ਦੀ ਐਸੋਸੀਏਸ਼ਨ ਜਾ ਕੇ ਵੀਕੇ ਜੰਜੂਆ ਉਹਨਾਂ ਨੂੰ ਮਿਲੀ ਹੈ, ਜੀ ਸਾਨੂੰ ਜਿਹੜੀ ਬੇਸ਼ੱਕ ਆਫੀਸ਼ੀਅਲੀ ਤਾਂ ਜਦੋਂ ਮੀਟਿੰਗ ਖਤਮ ਹੋ ਕੇ ਹਟੀ ਜੀ ਤਾਂ ਸਾਡੇ ਜਿਹੜੇ ਭਾਈਚਾਰੇ ਦੇ ਸਾਡੇ ਰਿਪੋਰਟਰ ਸਾਥੀ ਨੇ ਉਹਨਾਂ ਨੂੰ ਕੋਸ਼ਿਸ਼ ਕਰਦੇ ਸੀ ਗੱਲ ਕਰਨ ਦੀ, ਤਾਂ ਆਈਐਸ ਅਫਸਰ ਕੱਲ ਨੂੰ ਫੋਨ ਲਾ ਕੇ ਗੱਡੀਆਂ ਹੀ ਚੜ੍ਹ ਗਏ। ਅਕਸਰ ਇਹੀ ਵੇਖਣ ਨੂੰ ਮਿਲਦਾ ਕਿ ਕੋਈ ਮੀਡੀਆ ਨੂੰ ਜਵਾਬ ਨਹੀਂ ਦੇ ਪਾਉਂਦਾ ਜਦ ਤੱਕ ਕੋਈ ਕਨਕਲੂਜਨ ਨਹੀਂ ਨਿਕਲਦਾ। ਹਾਂ, ਪਰ ਸਾਡੇ ਕੋਲ ਇਹ ਰਿਪੋਰਟ ਆਈ ਕਿ ਵੀਕੇ ਜੰਜੂਆ ਨੇ ਆਈਐਸ ਆਫੀਸਰ ਦੀ ਜਿਹੜੀ ਜਾਂ ਈਵਨ ਪੀਸੀਐਸ ਆਫੀਸਰ ਦੀ ਜਿਹੜੀ ਐਸੋਸੀਏਸ਼ਨ ਦੇ ਰਿਪਰੈਜ਼ੈਂਟੇਟਿਵ ਸੀ ਜੀ ਉਹਨਾਂ ਨੂੰ ਝਾੜਿਆ ਕਿ ਜਿਸ ਦਿਨ ਜਦੋਂ ਅਕਾਲੀ ਸਰਕਾਰ ਨੇ ਉਹਨਾਂ ਦੇ ਖਿਲਾਫ ਇਹੋ ਜਿਹਾ ਹੀ ਇੱਕ ਝੂਠਾ ਮਾਮਲਾ ਦਾਇਰ ਕੀਤਾ ਸੀ, ਜੀ ਉਦੋਂ ਉਹਨਾਂ ਦੇ ਨਾਲ ਤਾਂ ਕੋਈ ਨਹੀਂ ਖੜਾ। ਅੱਜ ਉਹਨਾਂ ਕੋਲੋਂ ਸਪੋਰਟ ਕਿਉਂ ਮੰਗੀ ਜਾ ਰਹੀ ਜੀ ਹੈ? ਬਿਲਕੁਲ। ਪਰ ਫਿਰ ਵੀ ਆਈ ਥਿੰਕ ਜਿਹੜੀ ਫਰਾਖਦਿਲੀ ਦਿਖਾਈ ਗਈ ਤੇ ਇੱਕ ਕੋਸ਼ਿਸ਼ ਕੀਤੀ ਜਾਏ ਕਿ ਇੱਕ ਲੈਵਲ ਦੇ ਉੱਤੇ ਕਿਤੇ ਮੀਟਿੰਗ ਕੀਤੀ ਜਾਵੇ। ਆ ਜਿਹੜੀ ਪ੍ਰੈਸ ਨੋਟ ਪੀਸੀਐਸ ਆਫੀਸਰ ਦੇ ਵੱਲੋਂ ਆਇਆ, ਉਹਦੀ ਜਿਹੜੀ ਆਖਰੀ ਲਾਈਨ ਆ ਉਹ ਬੜੀ ਇੰਪੋਰਟੈਂਟ ਆ। ਉਹ ਅੰਗਰੇਜ਼ੀ ਦੇ ਵਿੱਚ ਆ, ਮੈਂ ਪੜ੍ਹ ਕੇ ਸੁਣਾਉਣਾ। ਜੀ ਬਿਲਕੁਲ। ਇਟ ਇਜ਼ ਨਾਓ ਵਿਦਨ ਦੀ ਪਾਵਰਸ ਆਫ ਦੀ ਗਵਰਨਮੈਂਟ ਟੂ ਡਿਸਾਈਡ ਐਜ਼ ਟੂ ਦੀ ਡੇਟ ਔਨ ਵਿਚ ਦੇ ਪੀਸੀਐਸ ਆਫੀਸਰਸ ਕਮ ਬੈਕ ਟੂ ਦੇਅਰ ਡਿਊਟੀਜ਼। ਜੀ ਬਿਲਕੁਲ। ਇਹਦਾ ਮਤਲਬ ਰੇੜਕਾ ਖਤਮ ਨਹੀਂ ਸੀ ਹੋਇਆ ਉਦੋਂ ਜਦੋਂ ਮੀਟਿੰਗ ਖਤਮ ਹੋਈ, ਪਰ ਉਸ ਤੋਂ ਬਾਅਦ ਜਿਹੜੀ ਇੱਕ ਮੇਰੇ ਕੋਲੇ ਇਨਫੋਰਮੇਸ਼ਨ ਇਹ ਆ ਰਹੀ ਹੈ ਕਿ ਚੀਫ ਮਿਨਿਸਟਰ ਆਫਿਸ ਕੋਲੋਂ ਵੱਲੋਂ ਇੱਕ ਨੋਟਿੰਗ ਹੈ, ਉਹਨਾਂ ਨੇ ਹਦਾਇਤ ਕੀਤੀ ਹੈ ਜਿਹੜੇ ਚੀਫ ਸੈਕਟਰੀ ਹੈ ਕਿ ਇਹ ਦੇਖਿਆ ਜਾਵੇ ਕਿ ਨਰਿੰਦਰ ਸਿੰਘ ਧਾਲੀਵਾਲ ਨੂੰ ਜਦੋਂ ਅਰੈਸਟ ਕੀਤਾ ਗਿਆ, ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ, ਤਾਂ ਉਹ ਐਸਓਪੀਜ਼ ਨੂੰ ਮੱਦੇਨਜ਼ਰ ਰੱਖ ਕੇ ਕੀਤਾ ਗਿਆ ਜਾਂ ਜਿਹੜਾ ਕਾਨੂੰਨ ਆ ਉਹਨੂੰ ਪ੍ਰੋਪਰਲੀ ਉਹਨੂੰ ਇੰਪਲੀਮੈਂਟ ਕੀਤਾ ਗਿਆ ਕਿ ਨਹੀਂ ਕੀਤਾ ਗਿਆ। ਅਗਰ ਨਹੀਂ ਕੀਤਾ ਗਿਆ ਤਾਂ ਜਿਹੜੇ ਅਫਸਰਾਂ ਨੇ ਨਹੀਂ ਕੀਤਾ, ਵਿਜੀਲੈਂਸ ਅਫਸਰਾਂ ਨੇ ਆਪਣੀ ਕੁਤਾਹੀ ਕੀਤੀ ਹੈ, ਤਾਂ ਉਹਨਾਂ ਦੇ ਖਿਲਾਫ ਐਕਸ਼ਨ ਕੀਤਾ ਜਾਵੇ। ਔਰ ਨਾਲ ਦੀ ਨਾਲ ਵਿਜੀਲੈਂਸ ਜਿਹੜਾ ਬਿਊਰੋ ਆ ਉਹਨਾਂ ਨੂੰ ਉਹਨਾਂ ਦੇ ਆਪਣੇ ਦਾਇਰੇ ਵੀ ਦੱਸ ਦਿੱਤੇ ਜਾਣ ਵੀ ਤੁਸੀਂ ਇਸ ਦਾਇਰੇ ਦੇ ਵਿੱਚ ਜਦੋਂ ਕਾਰਵਾਈ ਕਰਨੀ ਹੈ ਇਸ ਦਾਇਰਿਆਂ ਦੇ ਵਿੱਚ ਰਿਹਾ ਜਾਓ। ਜੀ ਪੰਦੇਰ ਸਾਹਿਬ, ਤੁਸੀਂ ਵਿਜੀਲੈਂਸ ਦੇ ਦਾਇਰਿਆਂ ਦੀ ਗੱਲ ਕੀਤੀ, ਤੁਹਾਨੂੰ ਲੱਗਦਾ ਕਿ ਵਿਜੀਲੈਂਸ ਜਿਹੜੀ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਸਮੇਂ ਦੇ ਵਿੱਚ ਇਸ ਵੇਲੇ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ, ਉਹਨੇ ਜੇ ਨਰਿੰਦਰ ਧਾਲੀਵਾਲ ਤੇ ਨਰਿੰਦਰ ਸਿੰਘ ਆਰਟੀਏ ਤੇ ਕਾਰਵਾਈ ਕੀਤੀ ਹੈ ਵਿਜੀਲੈਂਸ ਨੇ, ਤਾਂ ਬਿਨਾਂ ਕਿਸੇ ਆਧਾਰ ਤੋਂ ਤਾਂ ਨਹੀਂ ਕੀਤੀ ਹੋਏਗੀ, ਕੋਈ ਆਧਾਰ ਤਾਂ ਬਣਾਇਆ ਹੋਊਗਾ? ਨਹੀਂ, ਬਿਲਕੁਲ ਤੁਸੀਂ ਕੋਮਲ ਜੀ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਜਿਹੜੇ ਪੀਸੀਐਸ ਅਫਸਰ ਇਹਨਾਂ ਦੀ ਡਿਮਾਂਡ ਇਹ ਹੈ ਕਿ ਕਿਸੇ ਵੀ ਅਫਸਰ ਦੇ ਖਿਲਾਫ ਜਦੋਂ ਐਕਸ਼ਨ ਲੈਣ ਤੋਂ ਪਹਿਲਾਂ ਇੱਕ ਕਮੇਟੀ ਬਣਾਈ ਜਾਵੇ, ਉਹ ਕਹਿੰਦੇ ਸਟੇਟ ਵਾਈਡ, ਜਿਹਦੇ ਵਿੱਚ ਇੱਕ ਫਾਈਨੈਂਸ਼ੀਅਲ ਕਮਿਸ਼ਨਰ ਆਈਐਸ ਆਫੀਸਰ ਜਿਹੜੇ ਹੈਗੇ ਆ ਫਾਈਨੈਂਸ਼ੀਅਲ ਕਮਿਸ਼ਨਰ ਦੇ ਉਹ ਮੈਂਬਰ ਹੋਣ, ਇੱਕ ਪੀਸੀਐਸ ਆਫੀਸਰ ਮੈਂਬਰ ਹੋਣ, ਹੋਰ ਵੀ ਜਿਹੜੇ ਮੈਂਬਰ ਹੋਣ, ਉਹਨਾਂ ਦੇ ਸਾਹਮਣੇ ਕੇਸ ਲਿਆਂਦਾ ਜਾਵੇ। ਤਾਂ ਫਿਰ ਹੁਣ ਸਾਨੂੰ ਇਹ ਤਾਂ ਕੋਈ ਗੱਲ ਲੁਕੀ ਨਹੀਂ ਹੋਈ ਕਿ ਜਿਹੜੇ ਪੀਸੀਐਸ ਅਫਸਰਾਂ ਦੇ ਦਫ਼ਤਰਾਂ ਦੇ ਵਿੱਚ ਜਿਹੜੀ ਕਰਪਸ਼ਨ ਹੁੰਦੀ ਹੈ, ਭ੍ਰਸ਼ਟਾਚਾਰ ਹੁੰਦੀ ਹੈ, ਲੋਕਾਂ ਦੇ ਪੰਜਾਬ ਦੇ ਲੋਕਾਂ ਦੇ ਸਾਹਮਣੇ, ਤੇ ਫਿਰ ਜੀ ਉਹ ਜਿਹੜੀ ਕਮੇਟੀ ਆ ਉਹਦੇ ਥਰੂ ਉਹ ਲੈ ਕੇ ਆਉਂਦੇ ਨੇ ਕੀ ਗੱਲ ਵੀ ਹਾਂਜੀ ਇਹ ਰੇਟਾਂ ਦੇ ਉੱਤੇ ਅਸੀਂ ਭ੍ਰਸ਼ਟਾਚਾਰ ਕਰਨਾ। ਤੇ ਲੋਕਾਂ ਦੀ ਜਿਹੜੀ ਹੈਗੀ ਇੱਕ ਲੈਵਲ ਦੇ ਉੱਤੇ ਜਿਹੜੀ ਮੌਜੂਦਾ ਸਰਕਾਰ ਆ ਉਹਦਾ ਜਿਹੜਾ ਹੈਗਾ ਮੈਂਡੇਟ ਹੈ, ਉਹਨਾਂ ਨੂੰ ਜਿਹੜਾ ਫਤਵਾ ਮਿਲਿਆ ਉਹ ਕਰਪਸ਼ਨ ਦੇ ਖਿਲਾਫ ਮਿਲਿਆ, ਲੋਕਾਂ ਨੇ ਸਿੱਧਾ ਕਰਪਸ਼ਨ ਤੋਂ ਦੁਖੀ ਹੋ ਕੇ। ਬਿਲਕੁਲ। ਹੁਣ ਜੇ ਇਹ ਮੌਜੂਦਾ ਸਰਕਾਰ ਉਸ 'ਚ ਕੰਮ ਨਹੀਂ ਕਰਦੀ, ਜਿਹੜੀ ਸਰਕਾਰ ਨੇ ਆਪਣੇ ਦੋ ਜਿਹੜੇ ਹੈ ਮੰਤਰੀ ਜਿਹੜੇ ਹੈਗੇ ਜੀ ਉਹ ਲਾਂਭਿਆਂ ਕਰਤੇ, ਹੁਣ ਉਹ ਅਫਸਰਾਂ ਦੇ ਖਿਲਾਫ ਤਾਂ ਕਰਨਗੇ। ਉਹਨਾਂ ਨੇ ਸਾਬਕਾ 2-3 ਮੰਤਰੀਆਂ ਨੂੰ ਫੜਿਆ ਵਾ। ਸੋ ਵਿਜੀਲੈਂਸ ਬਿਲਕੁਲ ਠੀਕ ਹੈ, ਪਰ ਵਿਜੀਲੈਂਸ ਦੇ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਸੀਬੀਆਈ ਵੀ ਜਿਹੜੀ ਹੈਗੀ ਆ ਉਹ ਸਾਫ਼ ਸੁਥਰੀ ਨਜ਼ਰ ਨਹੀਂ ਆਉਂਦੀ। ਮੇਰੇ ਕੋਲੇ ਕਈ ਵਾਰੀ ਪ੍ਰਾਈਵੇਟ ਦੇ ਵਿੱਚ ਕਈ ਵਾਰੀ ਅਫਸਰਾਂ ਨੇ ਗੱਲ ਕੀਤੀ ਹੈ ਕਿ ਅੱਜ ਕੱਲ੍ਹ ਵਿਜੀਲੈਂਸ ਦਾ ਵੀ ਟੈਕਸ ਲੱਗਦਾ ਤੇ ਉਹਨਾਂ ਨੂੰ ਵੀ ਜੇ ਉਹ ਕਿਹਾ ਜਾਂਦਾ ਕਿ ਕਈ ਜਿਹੜੇ ਕਰਪਟ ਅਫਸਰ ਨੇ ਉਹ ਇੱਥੇ ਤੱਕ ਕਿਹਾ ਜਾਂਦੇ ਨੇ, ਉਹਨਾਂ ਨੇ ਮੇਰੇ ਹਿਸਾਬ ਦੇ ਨਾਲ ਅੱਜ ਸ਼ਾਇਦ ਸੀਐਮ ਸਾਹਿਬ ਦੇ ਸਾਹਮਣੇ ਵੀ ਆਪਣੀ ਰੱਖੀ ਹੋਣੀ ਹੈ। ਔਰ ਇੱਕ ਬਈ ਕਿਸ ਤਰ੍ਹਾਂ ਵਿਜੀਲੈਂਸ ਅਫਸਰ ਵੀ ਉਹਨਾਂ ਨੂੰ ਜਿਹੜਾ ਹੈਗਾ ਬਲੈਕਮੇਲ ਕਰਦੇ ਆ ਕਿ ਤੁਹਾਡੇ ਖਿਲਾਫ ਕਾਰਵਾਈ ਕਰ ਦਿਆਂਗੇ, ਨਹੀਂ ਤਾਂ ਜਿਸ ਤਰ੍ਹਾਂ ਅੱਜ ਜਿਹੜੇ ਨਰਿੰਦਰ ਸਿੰਘ ਧਾਲੀਵਾਲ ਦੇ ਖਿਲਾਫ ਇਹ ਹੈ ਕਿ ਚਲਾਨ ਹੋਏ ਵਹੀਕਲਸ ਨੂੰ ਕਿਹਾ ਵੀ ਤੁਹਾਨੂੰ ਚਲਾਨ ਤੋਂ ਇਸ ਲਈ ਬਚਾਵਾਂਗੇ, ਤੁਸੀਂ ਸਾਨੂੰ ਰਿਸ਼ਵਤ ਦਿਓ। ਇਸੇ ਤਰ੍ਹਾਂ ਜਿਹੜੇ ਵਿਜੀਲੈਂਸ ਦੇ ਅਫਸਰ ਵੀ ਕੁਝ ਲੈਵਲ ਦੇ ਉੱਤੇ ਸੀਨੀਅਰ ਨਾ ਹੋਣਗੇ, ਕੁਝ ਜੂਨੀਅਰ ਲੈਵਲ ਦੇ ਉੱਤੇ ਜਿਹੜੇ ਗ੍ਰਾਸ ਰੂਟ ਲੈਵਲ ਤੇ ਕੰਮ ਕਰਦੇ ਆ, ਉਹ ਇੱਥੇ ਤੱਕ ਕਹਿੰਦੇ ਆ ਸਾਡੇ ਕੋਲੇ ਤੁਹਾਡੇ ਖਿਲਾਫ ਸ਼ਿਕਾਇਤ ਆਈ ਆ। ਕਈ ਵਾਰੀ ਅਸਲੀ ਸ਼ਿਕਾਇਤ ਹੁੰਦੀ ਹੈ, ਕਈ ਵਾਰੀ ਦੂਜੀ ਮਨਘੜੰਤ ਸ਼ਿਕਾਇਤ ਹੁੰਦੀ ਹੈ ਵੀ ਨਹੀਂ ਤਾਂ ਸਾਨੂੰ ਵੀ ਹਿੱਸਾ ਦਿਓ। ਸੋ ਜਿਹੜੀ ਲੁੱਟ ਹੈ, ਜਿਹੜੀ ਪੰਜਾਬ ਦੇ ਲੋਕਾਂ ਦੀ ਜੇਬ ਦੀ ਲੁੱਟ ਹੋ ਰਹੀ ਹੈ, ਉਹਦਾ ਬਟਵਾਰਾ ਕਿਸ ਤਰ੍ਹਾਂ ਹੁੰਦਾ ਉਹ ਵੀ ਇੱਕ ਬਹੁਤ ਵੱਡਾ ਇਸ਼ੂ ਹੈ ਔਰ ਉਹਨੂੰ ਵੀ ਐਡਰੈਸ ਕਰਨਾ ਬਣਦਾ। ਦੂਸਰੀ ਜਿਹੜੀ ਬਹੁਤ ਇੰਪੋਰਟੈਂਟ ਗੱਲ ਹੈ ਕਿ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀ, ਇਹ ਰਿਸ਼ਵਤ ਦਾ ਇੱਕ ਵੱਡਾ ਹਿੱਸਾ ਇਹ ਹੈ ਕਿ ਜਦੋਂ ਤੁਸੀਂ ਜਿਹੜੇ ਅਫਸਰ ਨੇ ਜ਼ਿਲ੍ਹਿਆਂ 'ਚ ਲੱਗੇ ਹੋਏ ਉਹਨਾਂ ਨੂੰ ਵਗਾਰਾਂ ਪੈਂਦੀਆਂ, ਮੰਤਰੀ ਮੁੱਖ ਮੰਤਰੀ ਕਈ ਵਾਰੀ ਹੋਰ ਆਲਾ ਅਫਸਰ ਕਹਿੰਦੇ ਨਹੀਂ ਅਸੀਂ ਫਲਾਨੀ ਜਗ੍ਹਾ ਜਾ ਕੇ ਇੱਕ ਪ੍ਰੋਗਰਾਮ ਕਰਨਾ, ਉੱਪਰੋਂ ਚੰਡੀਗੜ੍ਹੋਂ ਤਾਰ ਖੜਕ ਜਾਂਦੀ ਹੈ ਥੱਲੇ ਤੱਕ ਵੀ ਇਹਦਾ ਇੰਤਜ਼ਾਮ ਕਰੋ ਔਰ ਕੰਮ ਹੁੰਦਾ ਜੀ ਤਹਿਸੀਲਦਾਰ ਦਾ ਜਾਂ ਕਿਸੇ ਡੀਐਸਪੀ ਦੇ ਕੰਮ ਪੈਂਦਾ ਜੀ ਤੁਸੀਂ ਇਹਦੇ ਇੰਤਜ਼ਾਮ ਕਰੋ।
ਪੈਸੇ ਤਾਂ ਕਿਸੇ ਲੈਵਲ ਤੇ ਕੋਈ ਬਜਟ ਦੇ ਵਿੱਚ ਐਲੋਕੇਸ਼ਨ ਤਾਂ ਹੁੰਦੀ ਨਹੀਂ, ਐਲੋਕੇਸ਼ਨ ਨਹੀਂ ਹੁੰਦੀ ਜੀ। ਤੇ ਔਰ ਫਿਰ ਉੱਥੇ ਸ਼ਮਿਆਨੇ ਵੀ ਲੱਗਦੇ ਆ, ਉੱਥੇ ਜੀ ਭੋਜਨ ਵੀ ਅਲੱਗ-ਅਲੱਗ ਕਿਸਮ ਦੇ ਹੁੰਦੇ ਆ। ਸਾਡੀ ਵੀ ਜਿਹੜੀ ਮੀਡੀਆ ਨੂੰ ਵੀ ਉਹਨਾਂ ਨੇ ਵਿੱਚ ਅਕੋਮੋਡੇਟ ਕਰਨਾ ਹੁੰਦਾ, ਸਾਰਾ ਕੁਝ ਹੁੰਦਾ, ਉਹ ਸਾਰਾ ਪੈਂਦਾ ਤਾਂ ਉੱਥੇ ਹੀ ਆ। ਫਿਰ ਅਗਲਾ ਜਿਹੜਾ ਅਫਸਰ ਆ ਕਹਿੰਦਾ ਜੀ ਜੇ ਮੈਂ ਇਹਦਾ ਵੀ ਇੰਤਜ਼ਾਮ ਕਰ ਰਿਹਾ, ਕੁਝ ਇੰਤਜ਼ਾਮ ਉਹ ਘਰੇ ਲੈ ਜਾਂਦਾ। ਸੋ ਉੱਥੋਂ ਜਿਹੜਾ ਮੂੰਹ ਨੂੰ ਲਹੂ ਲੱਗਦਾ ਉਹਨੂੰ ਕਿਵੇਂ ਤੋੜਨਾ? ਕੀ ਲੱਗਦਾ ਪੰਧੇਰ ਸਾਹਿਬ, ਇਸ ਤੇ ਮੇਰੇ ਇੱਕ ਸਵਾਲ ਜ਼ਿਹਨ ਚ ਆਉਂਦਾ ਹੈ। ਮਾਨ ਸਰਕਾਰ ਆਪਣੇ ਆਪ ਨੂੰ ਬੜਾ ਸਾਫ਼ ਸੁਥਰਾ ਪ੍ਰਟੈਂਡ ਕਰਦੀ ਹੈ ਕਿ ਅਸੀਂ ਬਾਕੀ ਸਰਕਾਰਾਂ ਨਾਲ ਬਹੁਤ ਵੱਖਰੇ ਹਾਂ, ਚਾਹੇ ਕਰਪਸ਼ਨ ਹੋਵੇ, ਚਾਹੇ ਰਿਸ਼ਵਤਖੋਰੀ ਹੋਵੇ, ਹਰ ਚੀਜ਼ ਤੇ ਜਿਹੜਾ ਨੱਥ ਪਾਈ ਗਈ ਹੈ। ਕਹਿੰਦੇ ਤੁਹਾਨੂੰ ਲੱਗਦਾ ਕਿ ਮਾਨ ਸਰਕਾਰ ਵੀ ਪਹਿਲੀਆਂ ਦੀ ਸਰਕਾਰਾਂ ਜਿਹੜੀਆਂ ਕਾਂਗਰਸ ਅਕਾਲੀ ਦਲ ਦੀ ਸਰਕਾਰਾਂ ਰਹੀ ਆ, ਉਹਨਾਂ ਦੇ ਨਾਲ ਕਿਤੇ ਨਾ ਕਿਤੇ ਮੇਲ ਖਾਂਦੀ ਹੈ? ਕੋਮਲ ਜੀ, ਜਿਹੜੀ ਕਰਪਸ਼ਨ ਦਾ ਜਿਹੜਾ ਸੇਕ ਆ ਜੀ, ਉਹ ਇਨੀਸ਼ੀਅਲੀ ਤਾਂ ਜਦੋਂ ਭਗਵੰਤ ਮਾਨ ਉਹਨਾਂ ਨੇ ਆਪਣਾ ਜਿਹੜਾ ਸੀਗਾ ਨੰਬਰ ਅਨਾਉਂਸ ਕੀਤਾ ਸੀ ਵੀ ਇਹਦੇ ਤੇ ਤੁਸੀਂ ਆਪਣੀ ਸ਼ਿਕਾਇਤ ਦਰਜ ਕਰੋ, ਉਦੋਂ ਤਾਂ ਥੋੜਾ ਜੀ ਰਾਹਤ ਮਿਲੀ ਸੀ, ਪਰ ਵਾਪਸ ਹੁਣ ਉੱਥੇ ਆ ਗਈ ਹੈ। ਮੈਨੂੰ ਤਾਂ ਕਈ ਲੋਕੀ ਦੱਸਦੇ ਆ ਕੇ ਵੀ ਉਵੇਂ ਹੀ ਚੱਲ ਰਿਹਾ ਕੰਮ, ਪਰ ਇਹਦੇ 'ਚ ਥੋੜਾ ਜਿਹਾ ਫਰਕ ਇਹ ਹੈ ਕਿ ਪਿਛਲੀਆਂ ਸਰਕਾਰਾਂ ਆਪਣੇ ਬੰਦਿਆਂ ਦੇ ਖਿਲਾਫ ਐਕਸ਼ਨ ਲੈਣ 'ਚ ਗੁਰੇਜ਼ ਕਰਦੀਆਂ ਸੀ, ਪਰ ਇਹ ਜਿਹੜੀ ਸਰਕਾਰ ਹੈ ਇਹਨਾਂ ਨੇ ਇੱਕ ਥੋੜੀ ਜੀ ਦਿਖਾਈ ਆ, ਹੌਸਲਾ ਦਿਖਾਇਆ ਕਿ ਆਪਣੇ ਹੀ 2 ਮੰਤਰੀਆਂ ਦੇ ਖਿਲਾਫ ਐਕਸ਼ਨ ਲੈ ਲਿਆ ਕਿ ਔਰ ਸੀਨੀਅਰ ਆਫੀਸਰ ਜਿਹੜੇ ਇਸ ਵੇਲੇ ਨਾਰਮਲੀ ਤਾਂ ਹੁੰਦਾ ਸੀ ਕਿ ਜਿਸ ਤਰ੍ਹਾਂ ਤੁਸੀਂ ਆ ਦੇਖਦੇ ਹੋ ਜੀ, ਹੁਣ ਵਿਜੀਲੈਂਸ ਦੇ ਕੋਲੇ ਸਾਬਕਾ IAS ਅਫਸਰ, PCS ਅਫਸਰ ਤੁਰੇ ਫਿਰਦੇ ਨੇ, ਜ਼ਿਆਦਾਤਰ ਸਾਬਕਾ ਇਹਨਾਂ ਨੇ ਮੌਜੂਦਾ ਦੇ ਖਿਲਾਫ ਵੀ ਹੱਥ ਪਾਇਆ ਥੋੜਾ ਜਿਹਾ। ਪਰ ਜਿਹੜੀ ਜਿਸ ਤਰ੍ਹਾਂ ਹੁਣ ਆ ਸਾਹਮਣੇ ਆ ਜਾਂਦਾ, ਹੁਣ ਹਰ ਇੱਕ ਅੰਦੋਲਨ ਕਰਨ ਬਹਿ ਜਾਂਦਾ ਔਰ ਇਹਦੇ ਵਿੱਚ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਦਾ ਵੀ ਕੋਈ ਇੱਕ ਲੈਵਲ ਤੇ ਸਰਕਾਰ ਨੂੰ ਨਾ ਸਮਰਥਨ ਨਜ਼ਰ ਨਹੀਂ ਆਉਂਦਾ, ਕਿਉਂਕਿ ਲੋਕਾਂ ਨੂੰ ਇਹ ਹੈ ਕਿ ਜੀ ਸਾਡੇ ਕੰਮ ਹੋਣੇ ਚਾਹੀਦੇ ਆ। ਜਿਸ ਤਰ੍ਹਾਂ ਇਹ ਐਕਸ਼ਨ ਹੋ ਗਿਆ ਤੇ ਇਹਨਾਂ ਨੇ ਕੰਮ ਛੱਡਤੇ, ਹੁਣ ਗੱਲ ਇਹ ਹੈ ਵੀ ਬਹੁਤ ਸਾਰੇ ਲੋਕੀ ਜਿਹੜੇ ਪੰਜਾਬ ਦੇ ਉਹ ਕਹਿਣਗੇ ਜੀ ਤੁਸੀਂ ਰਿਸ਼ਵਤ ਲਓ ਤੇ ਮੇਰੀ ਤਾਂ ਰਜਿਸਟਰੀ। ਜੀ ਬਿਲਕੁਲ, ਕੁੱਲ ਮਿਲਾ ਕੇ ਨੁਕਸਾਨ ਤਾਂ ਲੋਕਾਂ ਦਾ ਹੀ ਹੈ। ਹਾਂ, ਨਹੀਂ ਉਹ ਕਹਿਣਗੇ ਤੁਸੀਂ ਰਿਸ਼ਵਤ ਜਿਹੜੀ ਹੈਗੀ ਆ ਭ੍ਰਸ਼ਟਾਚਾਰ ਚੱਲਣ ਦਿਓ, ਮੇਰਾ ਕੰਮ ਹੋਈ ਕੰਮ ਹੁੰਦਾ ਰਹੇ। ਪਰ ਇਹ ਲੋਕਾਂ ਦੇ ਵਿੱਚ ਵੀ ਹੋਣਾ ਚਾਹੀਦਾ ਕਿ ਜੇ ਸਰਕਾਰ ਦਾ ਕੋਈ ਓਨੈਸਟ ਕੰਮ ਲੱਗਦਾ ਉਹਨਾਂ ਨੂੰ ਵੀ ਇਹਦੇ ਵਿੱਚ ਕੋਈ ਇੰਟਰਵੈਂਸ਼ਨ ਸਰਕਾਰ ਵੱਲੋਂ ਆਉਂਦੀ ਹੈ ਤਾਂ ਫਿਰ ਲੋਕ ਵੀ ਸਮਰਥਨ ਕਰਨ। ਪਰ ਇਹ ਜਿਹੜੀ ਮੈਂ ਪਹਿਲੀ ਗੱਲ ਕਰਦਾ, ਜਿਹੜੇ SOPs ਨੇ ਉਹ ਵੀ ਸਰਕਾਰ ਨੂੰ ਕਰਨੇ ਚਾਹੀਦੇ ਆ, ਤੇ ਜਿਹੜੀ ਵਿਜੀਲੈਂਸ ਦੇ ਵੱਲੋਂ ਵੀ ਜਿਹੜੀ ਇੱਕ ਲੈਵਲ ਤੇ ਇੱਕ ਥੱਲੇ ਇੱਕ ਡਰ ਪੈਦਾ ਕੀਤਾ ਜਾਂਦਾ ਅਫਸਰਾਂ ਦੇ ਖਿਲਾਫ, ਉਹ ਵੀ ਰੋਕਣਾ ਚਾਹੀਦਾ। ਜੇ ਵਿਜੀਲੈਂਸ ਅੱਛਾ ਕੰਮ ਕਰਦੀ ਹੈ, ਜਿਹੜੀ ਮੌਜੂਦਾ ਸਰਕਾਰ ਦੀ ਡਿਊਟੀ ਇਹ ਵੀ ਬਣਦੀ ਹੈ ਕਿ ਇੱਕ ਕੋਈ ਡਿਪਾਰਟਮੈਂਟ ਇਹ ਵੀ ਰੱਖਣ ਕਿ ਵਿਜੀਲੈਂਸ ਦੇ ਉੱਤੇ ਵੀ ਵਿਜੀਲੈਂਸ ਕੀਤੀ ਜਾਵੇ, ਵਿਜੀਲੈਂਸ ਨੂੰ ਵੀ ਕੋਈ ਕਿਸੇ ਦੀ ਵਿਜਿਲ ਕੀਤਾ ਜਾਵੇ, ਹਨਾ, ਨਜ਼ਰ ਰੱਖੀ ਜਾਵੇ। ਹਾਂ, ਵੀ ਤਾਂ ਕਿ ਜਿਹੜੀ ਹੈਗੀ ਆ, ਜੇ ਉਹ ਕਹਿੰਦੇ ਹੁੰਦੇ ਆ ਜਸਟਿਸ ਹੈਜ਼ ਨਾਟ ਓਨਲੀ ਟੂ ਬੀ ਡਨ, ਇਟ ਮਸਟ ਬੀ ਸੀਨ ਟੂ ਬੀ ਡਿਲੀਵਰਡ। ਵੀ ਜਿਹੜਾ ਹੈਗਾ ਇਨਸਾਫ ਕਰਨਾ ਹੀ ਨਹੀਂ ਆ, ਉਹ ਨਜ਼ਰ ਵੀ ਆਉਣਾ ਚਾਹੀਦਾ ਕਿ ਇਨਸਾਫ ਕੀਤਾ ਜਾ ਰਿਹਾ ਹੈ। ਬਿਲਕੁਲ। ਸੋ ਔਰ ਬੇਸ਼ੱਕ ਇੱਕ ਦੋ ਥੋੜਾ ਜਿਹਾ ਕਈ ਵਾਰੀ ਉਹ ਕਹਿੰਦੇ ਕਾਂ ਮਾਰ ਕੇ ਟੰਗ ਦਿੰਦੇ ਆ, ਕੱਲਾ ਕਾਂ ਮਾਰ ਕੇ ਟੰਗਣਾ ਨਹੀਂ ਹੈ। ਸਾਡੇ ਆਮ ਆਦਮੀ ਪਾਰਟੀ ਦਾ ਜਿਹੜਾ ਚੋਣ ਨਿਸ਼ਾਨ ਹੈ, ਮੈਂ ਭਗਵੰਤ ਮਾਨ ਉਹਨਾਂ ਦੀਆਂ ਜਿਹੜੀਆਂ ਇਲੈਕਸ਼ਨ ਰੈਲੀਜ਼ ਬੜੀਆਂ ਅਟੈਂਡ ਕੀਤੀਆਂ, ਉਹ ਕਹਿੰਦੇ ਸੀ ਝਾੜੂ ਫੇਰਾਂਗੇ। ਸੋ ਜਿਹੜੀ ਗੰਦਗੀ ਭ੍ਰਿਸ਼ਟਾਚਾਰ ਦੀ ਆ, ਉਹਦਾ ਝਾੜੂ ਫੇਰਨ ਦਾ ਟਾਈਮ ਆ ਗਿਆ, ਕਾਫੀ ਦੇਰ ਹੋ ਗਈ, ਤੇ ਹੁਣ ਆਈ ਥਿੰਕ ਜੈਨੂਇਨ ਐਕਸ਼ਨ ਜਿਹੜਾ ਹੈ ਔਰ ਫੀਡਬੈਕ ਜਿਹੜਾ ਲੋਕਾਂ ਕੋਲੋਂ ਲੈ ਕੇ ਇਸ ਦੇ ਉੱਤੇ ਵੀ ਕੀ ਕਰੈਕਟਿਵ ਮੇਜਰਸ ਲਏ ਜਾ ਸਕਦੇ ਤਾਂ ਕਿ ਇਹਨੂੰ ਡਿਲੀਵਰ ਕਿਵੇਂ ਕੀਤਾ ਜਾਵੇ, ਓਨੈਸਟਲੀ ਇਹਦੀ ਲੋੜ ਜ਼ਰੂਰ ਹੈ। ਜੀ ਬਿਲਕੁਲ। ਪੰਧੇਰ ਸਾਹਿਬ, ਤੁਸੀਂ ਲੋਕਾਂ ਦੀ ਗੱਲ ਕੀਤੀ, ਹੁਣ ਜਿਹੜੀ ਸਮੂਹਿਕ ਹੜਤਾਲ ਸ਼ੁਰੂ ਕੀਤੀ ਹੈ PCS ਅਧਿਕਾਰੀਆਂ ਨੇ ਨਾਲ, ਇਹਦਾ ਅਸਰ ਸਾਰੇ ਸਰਕਾਰੀ ਵਿਭਾਗਾਂ 'ਚ ਵੇਖਣ ਨੂੰ ਮਿਲ ਰਿਹਾ। ਸਭ ਨੇ ਜਿਹੜਾ ਕੰਮ ਕਰਨਾ ਛੱਡ ਦਿੱਤਾ। ਇਹਦਾ ਕੁੱਲ ਮਿਲਾ ਕੇ ਜਿਹੜਾ ਨੁਕਸਾਨ ਹੈ ਉਹ ਤਾਂ ਪੰਜਾਬ ਦੀ ਜਨਤਾ ਦਾ ਹੀ ਹੈ ਨਾ। ਕੀ ਲੱਗਦਾ ਪੰਜਾਬ ਸਰਕਾਰ ਇਸ ਲੜਾਈ ਵਿੱਚ, ਇਸ ਜਿਹੜੀ ਇਹ ਜਿਹੜਾ ਧਰਨਾ ਸ਼ੁਰੂ ਕੀਤਾ ਹੈ, ਇਹਨੂੰ ਖਤਮ ਕਰਨ ਦੇ ਵਿੱਚ ਕਾਮਯਾਬ ਸਾਬਿਤ ਹੋਏਗੀ? ਇਹ ਆਉਣ ਵਾਲੇ ਦਿਨਾਂ 'ਚ ਦੇਖਣ ਵਾਲਾ ਹੋਏਗਾ ਕਿ ਕੀ ਸਰਕਾਰ ਜਿਹੜੀ ਹੈਗੀ ਆ ਆਪਣੀ ਜਿਹੜੀ ਮੁਹਿੰਮ ਹੈ ਭ੍ਰਿਸ਼ਟਾਚਾਰ ਦੇ ਖਿਲਾਫ, ਉਸ ਨੂੰ ਅੱਗੇ ਵਧਾਉਂਦੀ ਹੈ ਕਿ ਜਾਂ ਜਿਹੜਾ ਹੈਗਾ ਇੱਕ ਲੈਵਲ ਤੇ ਪ੍ਰੈਸ਼ਰ ਦੇ ਉੱਤੇ ਬੈਕ ਸਟੈਪ ਤੇ ਆਉਂਦੀ ਹੈ। ਇਮੀਡੀਏਟਲੀ ਤਾਂ ਇਹ ਲੱਗ ਰਿਹਾ ਕਿ ਸਰਕਾਰ ਨੇ ਇੱਕ ਸਟੈਪ ਬੈਕਵਰਡ ਲਿਆ ਵਾ ਥੋੜਾ ਜਿਹਾ, ਕਿ ਸਰਕਾਰ ਨੇ ਇਹ ਜ਼ਰੂਰ ਮੰਨਿਆ ਕਿ ਸ਼ਾਇਦ ਵਿਜੀਲੈਂਸ ਨੇ ਆਪਣਾ ਓਵਰ ਸਟੈਪ ਕੀਤਾ ਤੇ ਜੇ ਇਹਦੇ ਵਿੱਚ ਉਹ ਪਹਿਲਾਂ ਵੀ ਮੈਂ ਆਪਣੇ ਜਿਹੜੇ ਹੈਗੇ ਆ ਔਖੇ ਦਿਨਾਂ ਦੇ ਵਿੱਚ ਦੀ ਗੱਲ ਕਰਦਾ, ਜਦੋਂ ਮੂਵਮੈਂਟ ਪੰਜਾਬ ਚੱਲਦੀ ਸੀ, ਉਦੋਂ ਇਹ ਕਿਹਾ ਜਾਂਦਾ ਸੀ ਪੁਲਿਸ ਦੇ ਖਿਲਾਫ ਐਕਸ਼ਨ ਨਾ ਲਓ ਕਿ ਉਹਨਾਂ ਦਾ ਮੋਰਲ ਡਾਊਨ ਹੋ ਜਾਊਗਾ। ਕੀ ਹੁਣ ਜੇ ਇਹੋ ਐਕਸ਼ਨ ਲਊਗੀ ਸਰਕਾਰ, ਵਾਪਸ ਜਾਊਗੀ, ਕਿ ਵਿਜੀਲੈਂਸ ਦਾ ਮੋਰਲ ਤਾਂ ਨਹੀਂ ਕਿਤੇ ਡਾਊਨ ਹੁੰਦਾ? ਸੋ ਮੋਰਲ ਦੇ ਨਾਂ ਦੇ ਉੱਤੇ
ਵਿਜੀਲੈਂਸ ਜਿਹੜੀ ਹੈਗੀ ਆ ਆਪਣੀ ਧੱਕੇਸ਼ਾਹੀ ਤਾਂ ਨਹੀਂ ਕਰਨੀ, ਜੀ, ਬਰਕਰਾਰ ਰੱਖੇਗੀ। ਸੋ ਇਹ ਜਿਹੜਾ ਬੈਲੈਂਸ ਹੈ ਇਹ ਪੋਲੀਟੀਕਲ ਲੀਡਰਸ਼ਿਪ ਦਾ ਹੁੰਦਾ। ਜੀ ਇਹਦੇ ਵਿੱਚ ਭਗਵੰਤ ਮਾਨ ਖਾਸ ਤੌਰ ਤੇ ਔਰ ਬਾਕੀ ਉਹਨਾਂ ਦੀ ਕੈਬਨਿਟ ਦੀ ਜਿਹੜੀ ਮੈਚਿਓਰਿਟੀ ਆ ਜੀ ਔਰ ਲੀਡਰਸ਼ਿਪ ਕੁਆਲਿਟੀਜ਼ ਆ ਉਹ ਦੇਖਣ ਨੂੰ ਆਉਣਗੀਆਂ। ਇਹ ਇਸ ਰੇੜਕੇ ਨੂੰ ਕਿਸ ਤਰ੍ਹਾਂ ਰਿਜ਼ੋਲਵ ਕਰਦੇ ਆ, ਐਂਡ ਦੇ ਵਿੱਚ ਲੋਕਾਂ ਨੂੰ ਇਹ ਕਿਸ ਤਰ੍ਹਾਂ ਕੋਈ ਬੈਨੀਫਿਟ ਦਿੰਦੇ। ਜੀ ਬਿਲਕੁਲ। ਤਾਂ ਇਸ ਦੇ ਨਾਲ ਇੱਕ ਹੋਰ ਸਵਾਲ, ਅੱਜ ਦੀ ਵੱਡੀ ਇੱਕ ਡਿਵੈਲਪਮੈਂਟ ਹੋਈ ਹੈ, ਖਬਰ ਸਾਹਮਣੇ ਆ ਰਹੀ ਹੈ ਕਿ ਗੈਂਗਸਟਰ ਹਰਵਿੰਦਰ ਰਿੰਦਾ ਦੀ ਗ੍ਰਿਫਤਾਰੀ ਹੋਈ ਹੈ, ਮਹਾਰਾਸ਼ਟਰ ਦੇ ਵਿੱਚ ਗ੍ਰਿਫਤਾਰੀ ਕੀਤੀ ਗਈ ਹੈ। ਕੀ ਮਾਇਨੇ ਦੇਖਦੇ ਹੋ? ਪੰਜਾਬ ਸਰਕਾਰ ਨੇ ਕਾਫੀ ਦੇਰ ਤੋਂ ਜਿਹੜਾ ਗੈਂਗਸਟਰ ਦੇ ਖਿਲਾਫ ਕੰਮ ਚੱਲ ਰਿਹਾ ਉਹ ਤਾਂ ਚੱਲੇ ਰਿਹਾ, ਠੀਕ ਹੈ ਜੀ। ਉਹ ਜਿਹੜੇ ਵੱਡੇ ਨਾਮੀ ਗੈਂਗਸਟਰਸ ਨੇ ਉਹ ਤਾਂ ਚੱਲੇ ਰਿਹਾ, ਕਿੰਤੂ ਪ੍ਰੰਤੂ ਵੀ ਹੁੰਦੇ ਆ। ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ 2 ਵੱਡੇ ਜਿਹੜੇ ਗੈਂਗਸਟਰ ਸੀ ਉਹਨਾਂ ਨੂੰ ਐਨਕਾਊਂਟਰ 'ਚ ਵੀ ਖਤਮ ਕੀਤਾ ਜੀ। ਬਾਹਰਲੀਆਂ ਸਟੇਟਸ ਦੇ ਨਾਲ ਕੋਆਰਡੀਨੇਸ਼ਨ ਦੇ ਨਾਲ ਉਹ ਤਾਂ ਚਲੋ ਚੱਲ ਰਿਹਾ ਜੀ। ਪਰ ਜਿਹੜੀ ਬਹੁਤ ਇੰਪੋਰਟੈਂਟ ਇਹਦੇ ਵਿੱਚ ਮੈਨੂੰ ਗੱਲ ਆਉਂਦੀ ਹੈ, ਉਹ ਸਾਹਮਣੇ ਆਉਂਦੀ ਹੈ, ਉਹ ਮੀਡੀਆ ਦੇ ਵਾਸਤੇ ਵੀ ਸਾਡੇ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਰਿੰਦਾ ਦੀ ਪਹਿਲਾਂ ਮੌਤ ਹੀ ਡਿਕਲੇਅਰ ਕਰਤੀ ਸੀ ਕਿ ਡਰੱਗ ਓਵਰਡੋਜ਼ ਦੇ ਨਾਲ ਹੋ ਗਿਆ ਸੀ। ਸੋ ਜਿਹੜੇ ਲੋਕਾਂ ਨੇ ਉਹ ਕੀਤੀ ਸੀ, ਹੁਣ ਮੀਡੀਆ ਦੇ ਲੋਕਾਂ ਨੇ ਜਿਨ੍ਹਾਂ ਨੇ ਚਲਾਈਆਂ ਖਬਰਾਂ ਜੀ, ਉਹਨਾਂ ਨੂੰ ਆਪਣਾ ਸੋਚ ਕੇ ਦੇਖਣਾ ਚਾਹੀਦਾ ਕਿ ਉਹਨਾਂ ਦੇ ਸੋਰਸਿਸ ਕੌਣ ਨੇ, ਉਹਨਾਂ ਨੂੰ ਕੌਣ ਵਰਤ ਜਾਂਦਾ। ਇਹ ਮੀਡੀਆ ਵਾਸਤੇ ਬਹੁਤ, ਹੋਰ ਕਿਸੇ ਦੇ ਵਾਸਤੇ ਮੈਂ ਇੰਨੀ ਅਹਿਮ ਨਹੀਂ ਦੱਸਦਾ ਜੀ ਜਿੰਨੀ ਮੀਡੀਆ ਵਾਸਤੇ ਜਿਹੜੀ ਹੈਗੀ ਹੈ ਇਹ ਅਹਿਮ ਹੈ ਕਿ ਸਾਨੂੰ ਕੌਣ ਚਲਾ ਜਾਂਦਾ ਤੇ ਕੌਣ ਕਿੱਥੇ ਖਬਰ ਸੂਤਰ ਕਿਹੜੇ ਨੇ ਜਿਹੜੀ ਇਹ ਜੀ ਜਾਣਕਾਰੀ। ਦੂਸਰੀ ਗੱਲ ਜਿਹੜੀ ਇਹਦੇ ਵਿੱਚ ਵੱਡੇ ਗੈਂਗਸਟਰ ਤਾਂ ਚਲੋ ਜੀ ਇਹ ਫੜੇ ਜਾ ਰਹੇ ਨੇ, ਪਰ ਦਿਨ ਦਿਹਾੜੇ ਪੰਜਾਬ ਦੇ ਵਿੱਚ ਕਦੇ ਕਿਸੇ ਦੇ ਘਰੇ ਵੜ ਕੇ ਲੁੱਟਾਂ ਖੋਹਾਂ ਹੋ ਰਹੀਆਂ ਨੇ। ਉਹ ਗੈਂਗਸਟਰ ਹੈਗੇ ਵੀ ਕਿ ਨਹੀਂ, ਉਹ ਕਿਸੇ ਦੇ ਗੈਂਗ ਜਿਹੜੀਆਂ ਹੁਣ ਫੋਨ ਦੇ ਉੱਤੇ ਫਰੋਤੀਆਂ ਹੀ ਜਾ ਰਹੀਆਂ, ਹੁਣ ਗੈਂਗਸਟਰ ਹੈ ਵੀ ਕਿ ਨਹੀਂ ਜੀ। ਔਰ ਕਮਾਲ ਦੀ ਗੱਲ ਅੱਜ ਸਵੇਰ ਦੀ ਵੀ ਗੱਲ ਹੈਗੀ ਹੈ ਕਿ ਜਿਹੜੇ ਆਫੀਸਰ ਸੀਗੇ ਜੀ, ਉਹ ਕੋਈ 60-70 ਆਫੀਸਰ ਇਕੱਠੇ ਹੋ ਕੇ IAS ਆਫੀਸਰ ਆ ਕੇ ਉਹਨਾਂ ਨੇ ਆਲ ਆਫ ਏ ਸਡਨ ਪਹੁੰਚ ਗਏ ਸੈਕਟਰੀਏਟ। ਔਰ ਸਾਡਾ ਜਿਹੜਾ ਖੁਫੀਆ ਤੰਤਰ ਆ ਉਹਨਾਂ ਨੂੰ ਵੀ ਨਹੀਂ ਸੀ ਪਤਾ ਲੱਗਿਆ, ਇੰਟੈਲੀਜੈਂਸ ਵਿਭਾਗ। ਹਾਂਜੀ, ਸੋ ਇੰਟੈਲੀਜੈਂਸ ਜੇ IAS ਆਫੀਸਰ ਜਿਹਨਾਂ ਤੇ 24 ਘੰਟੇ ਤੁਹਾਡੇ ਸਟਾਫ ਨਾਲ ਆ, ਉਹਨਾਂ ਦਾ ਨਹੀਂ ਪਤਾ ਲੱਗਦਾ, ਫਿਰ ਉਹ ਗੈਂਗਸਟਰ ਦੀ ਮੂਵਮੈਂਟ ਕਿੱਥੋਂ ਪਤਾ ਚੱਲਦੀ? ਜੀ ਬਿਲਕੁਲ, ਸਵਾਲੀਆ ਨਿਸ਼ਾਨ ਇਹਨਾਂ ਚੀਜ਼ਾਂ ਦਾ ਚੱਲਦਾ ਵਾ। ਔਰ ਇਹਦੇ ਵਿੱਚ ਕਮਾਲ ਦੀ ਜਿਹੜੀ ਮੈਨੂੰ ਥੋੜੀ ਜਿਹੀ ਇੰਟਰਸਟਿੰਗ ਗੱਲ ਲੱਗਦੀ ਹੈ ਕਿ ਬੇਸ਼ੱਕ ਪੰਜਾਬ ਪੁਲਿਸ ਉਹਦੇ ਵਿੱਚ ਹੈਗੀ, ਮੋਸਟਲੀ ਜਿਹੜੇ ਗੈਂਗਸਟਰਸ ਨੇ ਬਾਹਰੋਂ ਫੜੇ ਜਾਂਦੇ ਨੇ ਜੀ। ਸੋ ਜਿਹੜਾ ਇਹ ਕਿਹਾ ਜਾਂਦਾ ਕਈ ਵਾਰੀ ਕ੍ਰਾਸ ਬਾਰਡਰ ਹੈਗਾ, ਸੋ ਕੱਲਾ ਬਾਰਡਰ ਪਾਕਿਸਤਾਨ ਨਾਲ ਨਹੀਂ ਹੈ, ਜਿਹੜਾ ਬਾਰਡਰ ਸਾਡਾ ਬਾਕੀ ਸਟੇਟਸ ਦੇ ਨਾਲ ਵੀ। ਕਿਉਂ ਗੈਂਗਸਟਰਸ ਜਿਹੜੇ ਇਹ ਦੇਖਣ ਵਾਸਤੇ ਆਈ ਥਿੰਕ ਜਿਹੜੇ ਹੋਮ ਮਿਨਿਸਟਰ ਅਮਿਤ ਸ਼ਾਹ ਨੇ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਕਿ ਸੂਬਿਆਂ ਦੇ ਵਿੱਚ ਵੀ ਜਿਹੜੇ ਗੈਂਗਸਟਰਸ ਨੇ ਉਹ ਜਿਹੜੇ ਇੱਕ ਸੂਬੇ 'ਚ ਜੁਰਮ ਕਰਕੇ ਦੂਸਰੇ ਸੂਬੇ 'ਚ ਪਨਾਹ ਲੈ ਲੈਂਦੇ ਨੇ, ਇਹ ਵੀ ਦੇਖਣ ਵਾਲੀ ਗੱਲ ਹੈ। ਇਹ ਆਈ ਥਿੰਕ ਸਾਰੀਆਂ ਜਿਹੜੀਆਂ ਸਿਕਿਉਰਿਟੀ ਫੋਰਸਿਸ ਨੂੰ ਇਹ ਜਿਹੜੇ ਲਾਅ ਐਂਡ ਆਰਡਰ ਹੈ ਉਹ ਦੇਖਣਾ ਚਾਹੀਦਾ। ਹੋਰ ਗੱਲਾਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ, ਜਾਨ ਮਾਲ ਦੀ ਰੱਖਿਆ ਕਰਨੀ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ, ਸਰਕਾਰ ਦੀ ਜ਼ਿੰਮੇਵਾਰੀ। ਸੋ ਜਿੰਨੀ ਦੇਰ ਤੱਕ ਇਹ ਸਰਕਾਰ ਇਹ ਨਿਭਾਉਂਦੀ ਨਹੀਂ, ਲੋਕਾਂ ਦਾ ਵਿਸ਼ਵਾਸ ਨਹੀਂ ਜੇ ਹੁੰਦਾ। ਲੋਕ ਇਸ ਵੇਲੇ ਪੰਜਾਬ ਦੇ ਲੋਕ ਤਾਂ ਬਹੁਤ ਖੌਫਜ਼ਦਾ ਨੇ ਇਸ ਗੈਂਗਸਟਰ ਕਲਚਰ ਜੀ। ਬਿਲਕੁਲ। ਇਸੀ ਤੇ ਮੇਰਾ ਇੱਕ ਹੋਰ ਸਵਾਲ ਹੈ ਤੁਹਾਨੂੰ, ਪੰਧੇਰ ਸਾਹਿਬ, ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਵੱਲੋਂ ਪਹਿਲਾਂ ਵਿਜੇ ਸਿੰਗਲਾ ਹੋਰਾਂ ਨੂੰ ਬਰਖਾਸਤ ਕੀਤਾ ਗਿਆ, ਜੇਲ੍ਹ ਭੇਜਿਆ ਗਿਆ ਰਿਸ਼ਵਤਖੋਰੀ ਦੇ ਇਲਜ਼ਾਮਾਂ ਦੇ ਤਹਿਤ, ਪਰ ਹੁਣ ਜਿਹੜਾ ਹੈਗਾ ਫੌਜਾ ਸਿੰਘ ਸਰਾਰੀ ਕੈਬਨਿਟ ਦੇ ਵਿੱਚ ਵਜ਼ੀਰ ਹੋਣ, ਪਰ ਵਿਰੋਧੀਆਂ ਦੀ ਮੰਗ ਨੂੰ ਦੇਖਦੇ ਹੋਏ ਫੌਜਾ ਸਿੰਘ ਸਰਾਰੀ ਵੱਲੋਂ ਅਸਤੀਫਾ ਦਿੱਤਾ ਜਾਂਦਾ ਹੈ। ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਸਰਕਾਰ ਜਾਂ ਕੈਬਨਿਟ ਮੰਤਰੀ ਕਿਹੋ ਜਿਹਾ ਰੋਲ ਨਿਭਾ ਰਹੇ ਨੇ? ਪਹਿਲੀ ਗੱਲ ਤਾਂ ਉਹੀ ਗੱਲ ਆਉਂਦੀ ਹੈ ਜਿਹੜੀ ਆਮ ਆਦਮੀ ਪਾਰਟੀ ਇੱਕ ਬਹੁਤ ਹੀ ਨਵੀਂ ਪਾਰਟੀ ਹੈ ਜੀ। ਔਰ ਮੈਂ ਕਈ ਵਾਰੀ ਇਹ ਗੱਲ ਕੀਤੀ ਹੈ ਕਿ ਇੱਕ ਜਿਹੜਾ ਹੈਗਾ ਪੋਲੀਟੀਕਲ ਏਜੰਡਾ ਜਾਂ ਆਈਡੀਓਲੋਜੀ ਦੇ ਉੱਪਰ ਨਹੀਂ ਉਹ ਚੱਲਦੀ, ਉਹਨਾਂ ਦਾ ਕੋਈ ਹੈ ਨਹੀਂਗਾ ਸਿਧਾਂਤ, ਜਿਹੜਾ ਸਿਆਸੀ ਸਿਧਾਂਤ ਨਹੀਂ ਜੀ। ਸੋ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਜਿਨ੍ਹਾਂ ਦੇ ਅਲੱਗ-ਅਲੱਗ ਸਿਧਾਂਤ ਨੇ, ਔਰ ਕਈਆਂ ਦਾ ਸਿਧਾਂਤ ਇਹ ਹੈ ਕਿ ਸਰਕਾਰ 'ਚ ਵੜੋ ਤੇ ਪੈਸੇ ਲੁੱਟੋ ਜੀ, ਉਹ ਵੀ ਵਿੱਚ ਆ ਗਏ। ਤਾਂ ਸ਼ਾਇਦ ਹੋ ਸਕਦਾ ਲੀਡਰਸ਼ਿਪ ਨੂੰ ਕੁਝ ਲੈਵਲ ਦੇ ਉੱਤੇ ਉਹਨਾਂ ਦੀ ਜਿਹੜੀ ਪੁਣ ਛਾਣ ਕਰਨੀ ਹੁੰਦੀ ਹੈ ਉਹਦੇ ਵਿੱਚ ਕਿਤੇ ਕੁਤਾਹੀ ਹੋ ਗਈ। ਪਰ ਜੇ ਕੁਤਾਹੀ ਹੋ ਗਈ, ਉਹਨਾਂ ਨੇ ਆਪਣੀ ਕੁਤਾਹੀ ਦਰੁਸਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹੜਾ ਇੱਕ ਪੋਜ਼ਿਟਿਵ ਹੈਗਾ। ਪਰ ਲੋਕਾਂ ਦੀ ਜ਼ਿੰਦਗੀ ਦੇ ਨਾਲ ਇੰਜ ਖਿਲਵਾੜ ਕਰਨਾ ਬੜਾ ਮਹਿੰਗਾ ਪੈ ਸਕਦਾ, ਇਹਦੇ ਨਾਲ ਵੱਡੇ ਖਮਿਆਜ਼ੇ ਵੀ ਭੁਗਤਣੇ ਪੈ ਸਕਦੇ। ਇਹ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਆ ਉਹਨੂੰ ਇਹ ਮੱਦੇਨਜ਼ਰ ਰੱਖਣੀ ਚਾਹੀਦੀ ਹੈ ਗੱਲ ਵੀ ਕਿਹਨੂੰ ਤੁਸੀਂ ਮੂਹਰੇ ਲੈ ਕੇ ਆ ਰਹੇ ਹੋ, ਲੋਕਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਜ਼ਿੰਦਗੀਆਂ ਉਹ ਕਿਹਦੇ ਹੱਥ 'ਚ ਫੜਾ ਰਹੇ ਜੀ। ਸੋ ਇਹ ਦੂਸਰੀਆਂ ਪਾਰਟੀਆਂ ਨੂੰ ਵੀ ਇੱਕ ਜਿਹੜਾ ਹੈਗਾ ਇੱਕ ਸਬਕ ਹੋਣਾ ਚਾਹੀਦਾ ਜੀ, ਮੈਸੇਜ। ਪਰ ਜਿਹੜਾ ਤੁਹਾਡਾ ਸਵਾਲ ਇੱਥੇ ਜਿਹੜਾ ਹੈਗਾ ਉਹ ਖਤਮ ਨਹੀਂ ਹੁੰਦਾ ਜੀ। ਪਰ ਗੱਲ ਉਹੀ ਆਉਂਦੀ ਹੈ ਕਿ ਜਿਹੜਾ ਭ੍ਰਸ਼ਟਾਚਾਰ ਆ ਉਹ ਕਿੰਨੀ ਦੂਰ ਤੱਕ ਘਰ ਕਰ ਚੁੱਕੇ ਜੀ। ਬਿਲਕੁਲ। ਤੇ ਫਿਰ ਜਿਹੜਾ ਇਲੈਕਸ਼ਨ ਪ੍ਰੋਸੈਸ ਹੈ ਉਹਦੇ ਵਿੱਚ ਜਿਹੜੇ ਹੈਗੇ ਜਦੋਂ ਲੋਕੀ ਸ਼ਰਾਬ ਦੀ ਬੋਤਲ ਲੈ ਕੇ ਵੋਟ ਪਾਉਂਦੇ ਜੀ, ਬਿਲਕੁਲ,
ਤੇ ਫਿਰ ਜਦੋਂ ਮੈਂ ਸ਼ਰਾਬ ਦੀ ਬੋਤਲ ਲੈ ਕੇ ਵੋਟ ਪਾਉਂਗਾ ਫਿਰ ਮੈਂ ਕਹਾਂਗਾ ਜਿਹਨੇ ਮੈਨੂੰ ਸ਼ਰਾਬ ਦਿੱਤੀ ਉਹ ਹੁਣ ਜਾ ਕੇ ਭ੍ਰਸ਼ਟਾਚਾਰ ਨਾ ਕਰੇ। ਹਾਂ, ਉਹ ਵੀ ਬੜੀ ਅਟਪਟੀ ਜੀ ਲੱਗਦੀ ਹੈ। ਸੋ ਲੋਕਾਂ ਦੇ ਵਿੱਚ ਵੀ ਇਹ ਇੱਕ ਡਿਸਪਲਿਨ ਲਿਆਉਣ ਦੀ ਲੋੜ ਆ ਔਰ ਲੀਡਰਸ਼ਿਪ ਦੀ ਲੋੜ ਜੀ। ਬਿਲਕੁਲ। ਔਰ ਪੰਜਾਬ ਦੇ ਇਸ ਵੇਲੇ ਲੀਡਰਸ਼ਿਪ ਦੀ ਕ੍ਰਾਈਸਿਸ ਹੈ ਔਰ ਉਹ ਕੋਈ ਐਸਾ ਲੀਡਰ ਸਾਨੂੰ ਨਜ਼ਰ ਨਹੀਂ ਆਉਂਦਾ ਜਿਹਦੇ ਨਾਲ ਜਿਹਦੇ ਮਗਰ ਲੱਗ ਕੇ ਲੋਕਾਂ ਨੂੰ ਇੱਕ ਸਹੀ ਦਿਸ਼ਾ ਨਿਰਦੇਸ਼ ਦੇਵੇ ਔਰ ਪੰਜਾਬ ਨੂੰ ਅੱਗੇ ਕਿਸ ਤਰ੍ਹਾਂ ਲੈ ਕੇ ਜਾਣਾ ਉਹਦੇ ਵੱਲ ਸਾਨੂੰ ਇਸ ਵੇਲੇ ਨਜ਼ਰ ਨਹੀਂ ਆ ਜੀ। ਜੀ ਪੰਧੇਰ ਸਾਹਿਬ, ਮੇਰਾ ਅੱਜ ਦੀ ਇਸ ਡਿਸਕਸ਼ਨ ਦਾ ਆਖਰੀ ਸਵਾਲ ਹੈ। ਪੰਜਾਬ ਦੀ ਕੈਬਨਿਟ ਦੇ ਵਿੱਚ ਰੀਸ਼ਫਲ ਹੋਇਆ, ਪੰਜਾਬ ਦੀ ਕੈਬਨਿਟ ਦੇ ਵਿੱਚ ਨਵੇਂ ਮੰਤਰੀ ਬਣੇ ਨੇ ਬਲਬੀਰ ਸਿੰਘ ਤੇ ਪੁਰਾਣੇ ਮੰਤਰੀਆਂ ਦੇ ਵੀ ਮਹਿਕਮੇ ਬਦਲੇ ਗਏ ਨੇ। ਤੁਹਾਡਾ ਐਕਸਪੀਰੀਅੰਸ ਦੇ ਹਿਸਾਬ ਨਾਲ ਤੁਸੀਂ ਕਿਵੇਂ ਦੇਖਦੇ ਹੋ ਇਸ ਸਟੈਪ ਨੂੰ? ਸਰਕਾਰਾਂ ਵੱਲੋਂ ਅਜਿਹੇ ਸਟੈਪ ਕਿਉਂ ਚੁੱਕਣੇ ਪੈਂਦੇ ਆ? ਕਈ ਵਾਰੀ ਤਾਂ ਖੁਦ ਮੰਤਰੀ ਉਹ ਕਹਿ ਦਿੰਦੇ ਨੇ ਵੀ ਮੇਰੇ ਕੋਲ ਮਹਿਕਮਾ ਸੰਭਲਦਾ ਨਹੀਂ ਜੀ। ਕਈ ਵਾਰੀ ਜਿਹੜੇ ਹੁੰਦੇ ਆ ਤੁਹਾਡੀ ਪੋਲੀਟੀਕਲ ਲੀਡਰਸ਼ਿਪ ਕੁਝ ਹੋਰ ਭਾਲਦੀ ਆ ਤੇ ਮੰਤਰੀ ਕੁਝ ਹੋਰ ਪਾਸੇ ਤੁਰਿਆ ਹੁੰਦਾ ਜੀ, ਉਹ ਵੀ ਹੋ ਜਾਂਦਾ। ਕਈ ਵਾਰੀ ਲੋਕਾਂ ਦਾ ਜਿਹੜਾ ਮੰਤਰੀ ਦੀ ਜਿਹੜੀ ਹੁੰਦੀ ਹੈ ਤੁਸੀਂ ਇਹ ਕਹਿ ਸਕਦੇ ਹੋ ਉਹਦੀ ਪਰਫਾਰਮੈਂਸ ਤਾਂ ਠੀਕ ਆ ਪਰ ਜਿਹੜੀ ਟਾਰਗੇਟ ਆਡੀਅנס ਆ ਉਹਨੂੰ ਐਕਸੈਪਟੇਬਲ ਨਹੀਂ ਹੁੰਦਾ। ਸੋ ਸਿਆਸਤ ਆ, ਡੈਮੋਕ੍ਰੇਸੀ ਆ, ਜਮਹੂਰੀਅਤ ਆ, ਐਂਡ ਦੇ ਵਿੱਚ ਤਾਂ ਅਸੀਂ ਲੋਕਾਂ ਦੀ ਜਿਹੜੀ ਲੋਕ ਰਾਏ ਆ ਉਹਨੂੰ ਵੈਲਿਊ ਕਰਨਾ ਜ਼ਰੂਰੀ ਹੁੰਦਾ। ਸੋ ਉਹ ਸਾਰੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਨਜ਼ਰ ਰੱਖਦੇ ਹੋਏ ਉਹ ਕੀਤਾ ਜਾਂਦਾ। ਬਟ ਅਗੇਨ ਕਿਉਂਕਿ ਜਿਹੜਾ ਸਰਾਰੀ ਨੂੰ ਸੀਗਾ, ਫੌਜਾ ਸਿੰਘ ਸਰਾਰੀ ਨੂੰ ਕਰਪਸ਼ਨ ਦੇ ਮਾਮਲੇ ਤੇ ਹਟਾਇਆ ਗਿਆ ਔਰ ਤੁਸੀਂ ਉਹ ਦੇਖੋ ਬੜੀ ਇੱਕ ਇਹਦੇ ਵਿੱਚ ਇੱਕ ਬੜੀ ਮਾਈਨਿਊਟ ਜੀ ਬੜੀ ਮਹੀਮ ਇੱਕ ਕੜੀ ਆ। ਉਹ ਇਹ ਆ ਕਿ ਉਹਨੂੰ ਉਦੋਂ ਹਟਾਇਆ ਕਿ ਜਦੋਂ ਆਪੋਜੀਸ਼ਨ ਦੀ ਡਿਮਾਂਡ ਉਹਦੇ ਘਟ ਗਈ। ਜਦੋਂ ਸਦਨ ਦੇ ਵਿੱਚ ਰੌਲਾ ਪਾਇਆ ਆਪੋਜੀਸ਼ਨ ਉਦੋਂ ਭਗਵੰਤ ਮਾਨ ਨੇ ਨਹੀਂ ਹਟਾਇਆ ਪਰ ਉਦੋਂ ਬਾਅਦ ਚ ਹਟਾਇਆ। ਸੋ ਇਹਦੇ ਵਿੱਚ ਥੋੜੀ ਜੀ ਕੂਟਨੀਤੀ ਵੀ ਚੱਲਦੀ ਹੈ ਜੀ, ਕਦੋਂ ਹਟਾਇਆ ਜਾਵੇ, ਕੀ ਹਟਾਇਆ ਜਾਵੇ। ਹੁਣ ਜਿਹੜੀ 2024 ਦੀ ਇਲੈਕਸ਼ਨ ਜੀ ਮੈਂ ਤਾਂ ਇਹ ਕਹੂੰਗਾ ਜੀ ਉਹਦੇ ਵਾਸਤੇ ਤਿਆਰੀ ਆਲਰੇਡੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੈ ਕਿਉਂਕਿ ਜਿਸ ਲੈਵਲ ਦੇ ਉੱਤੇ ਸੰਗਰੂਰ ਬਾਈ ਇਲੈਕਸ਼ਨ ਜਿਹੜੀ ਸੀਗੀ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਪਾਰਲੀਮੈਂਟਰੀ ਦਾ। ਫਿਰ ਆਪਣੀ ਹਿਮਾਚਲ ਗੁਜਰਾਤ ਉੱਥੇ ਵੀ ਪ੍ਰੋਬਲਮ ਬਹੁਤ ਵੱਡੀ ਹੋਈ। ਗੁਜਰਾਤ ਤਾਂ ਚਲੋ ਸਾਡੇ ਤੋਂ ਬਹੁਤ ਦੂਰ ਹੈ, ਇਹ ਤਾਂ ਨਾਲ ਦੀਆਂ ਨੇ ਨਾ, ਇਹ ਬਿਲਕੁਲ ਨੇਬਰਿੰਗ ਸਟੇਟਸ। ਇਹ ਜੇ ਆਪਣੇ ਆਪ ਨੂੰ ਤੁਸੀਂ ਫੇਰ ਬਿਲਡ ਕਰਨਾ ਫਿਰ ਇਹਦੇ ਵਿੱਚ ਜਿਹੜੀ ਕਿਤੇ ਕਿਤੇ ਸ਼ਾਇਦ ਜਿਹੜੀ ਇੰਟਰਨਲ ਉਹਨਾਂ ਦਾ ਸਿਸਟਮ ਹੈ ਕੋਈ ਜਿਹੜਾ ਖੁਫੀਆ ਲੈਵਲ ਤੇ ਆਮ ਆਦਮੀ ਪਾਰਟੀ ਦਾ ਜਿਸ ਨੂੰ ਲੋਕੀ ਵੀ ਉਹਦੇ ਬਾਰੇ ਬੜੀ ਜਿਹੜੀ ਹੈਗੀ ਆ ਚਰਚਾ ਹੁੰਦੀ ਹੈ ਕਿ ਅਰਵਿੰਦ ਕੇਜਰੀਵਾਲ ਦਾ ਆਪਣਾ ਇੱਕ ਸਿਸਟਮ ਜਿਹੜਾ ਚੱਲ ਰਿਹਾ ਕਿ ਉਹਨਾਂ ਤੋਂ ਰਿਪੋਰਟ ਆਉਂਦੀ ਹੈ ਕਿ ਕਿਹੜੇ ਮੰਤਰੀਆਂ ਨੂੰ ਹਟਾਇਆ ਜਾਵੇ। ਕਈ ਵਾਰੀ ਥੋੜਾ ਜਿਹਾ ਮਹਿਕਮਾ ਚੇਂਜ ਕਰਕੇ ਇੱਕ ਇਸ਼ਾਰਾ ਜਿਹਾ ਵੀ ਕੀਤਾ ਜਾਂਦਾ ਵੀ ਤੁਸੀਂ ਤੁਹਾਡੀ ਪਰਫਾਰਮੈਂਸ ਠੀਕ ਨਹੀਂ ਹੈ। ਇਹਦੋਂ ਪਹਿਲਾਂ ਦੀਆਂ ਸਰਕਾਰਾਂ ਤਾਂ ਇਹ ਹੁੰਦਾ ਸੀ ਉਹ ਮਹਿਕਮੇ ਤਾਂ ਬਦਲਦੀਆਂ ਹੁੰਦੀਆਂ ਸੀ ਕਿ ਮੰਤਰੀ ਕਮਾਊ ਪੁੱਤ ਨਹੀਂ ਰਿਹਾ ਜੀ। ਬਿਲਕੁਲ। ਕੀ ਮੌਜੂਦਾ ਸਰਕਾਰ ਦੇ ਵਿੱਚ ਵੀ ਇਹੀ ਹਾਲ ਹੈ? ਇਹ ਸਾਡੇ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਕਿ ਜਾਂ ਫਿਰ 2024 ਵਾਸਤੇ ਆਮ ਆਦਮੀ ਪਾਰਟੀ ਨੇ ਆਪਣੀ ਜਿਹੜੀ ਹੈਗੀ ਤਿਆਰੀ ਵਿੱਢੀ ਹੈ ਉਹ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇੰਟਰਸਟਿੰਗ ਇਹ ਸ਼ੁਰੂਆਤ ਹੈ। ਇਸ ਜਿਹੜੀ ਹੈਗੀ ਹੈ ਖੁਦੋਂ ਨੇ ਕਿਵੇਂ ਉਧੜਨਾ ਹੌਲੀ ਹੌਲੀ ਪਤਾ ਲੱਗਣਾ ਜੀ। ਬਿਲਕੁਲ। ਤਾਂ ਬਹੁਤ ਬਹੁਤ ਧੰਨਵਾਦ। ਤੁਸੀਂ ਸੁਣਿਆ ਇਹ ਸਨ ਸਾਡੇ ਨਾਲ ਸਾਡੇ ਨਿਊਜ਼ ਐਡੀਟਰ ਸਰਬਜੀਤ ਪੰਧੇਰ ਜਿਨ੍ਹਾਂ ਨੇ ਆਪਣੇ ਤਜਰਬੇ ਨਾਲ ਕੁਝ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਤਾਂ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ। ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਾ? ਬੇਸ਼ੱਕ ਸਕਾਈ ਨਿਊਜ਼ ਦੇ ਨਾਲ ਇਹ ਮੇਰਾ ਪਹਿਲਾ ਪ੍ਰੋਗਰਾਮ ਸੀ ਬਤੌਰ ਐਡੀਟਰ, ਪਰ ਗਾਹੇ ਬਗਾਹੇ ਇਸੇ ਤਰ੍ਹਾਂ ਜਿਹੜੇ ਕੋਈ ਇੰਪੋਰਟੈਂਟ ਇਸ਼ੂਜ਼ ਨੇ ਉਹਦੇ ਨਾਲ ਤੁਹਾਡੇ ਨਾਲ ਸਾਂਝ ਪਾਉਂਦਾ ਰਹਾਂਗਾ। ਮੇਰੀ ਰਾਏ ਜਾਂ ਸਕਾਈ ਨਿਊਜ਼ ਦੇ ਪ੍ਰੋਗਰਾਮ ਤੁਹਾਨੂੰ ਕੈਸੇ ਲੱਗੇ ਇਹ ਸਾਡੇ ਜਿਹੜਾ ਹੈਗਾ ਥੱਲੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਸਾਨੂੰ ਤੁਹਾਡੀ ਫੀਡਬੈਕ ਦਾ ਇੰਤਜ਼ਾਰ ਰਹੇਗਾ ਔਰ ਇਸ ਪ੍ਰੋਗਰਾਮ ਨੂੰ ਇਹਦੀ ਬਿਹਤਰੀ ਵਾਸਤੇ ਔਰ ਲੋਕਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਵਾਸਤੇ ਬਹੁਤ ਅਹਿਮ ਰਹੇਗਾ। ਬਹੁਤ ਬਹੁਤ ਧੰਨਵਾਦ।